गुड आफ्टरनून स्टूडेंट्स, वेलकम टू SRS IAS एंड लॉ अकेडमी। ਅੱਜ ਤੋਂ जो पिछली वाली जो क्लास ਸੀਗੀ ਉਹਦੇ ਵਿੱਚ ਆਪਾਂ ਇਨਲਾਈਟਨਮੈਂਟ ਜਿਹੜੀ ਹੈਗੀ ਉਹ ਕਵਰ ਕਰ ਲਈ ਸੀਗੀ। ਉਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੀ ਆਪਣੀ ਆ ਸੀਗੀ ਬ੍ਰਿਟੇਨ ਦੀ ਕਮਿਊਨਿਟੀ ਜਾਂ ਯੂਰਪ ਦੀ ਕਮਿਊਨਿਟੀ ਉਹ ਦੋ ਪਾਰਟਸ ਦੇ ਵਿੱਚ ਡਿਵਾਈਡ ਹੋ ਗਈ ਸੀਗੀ। ਇੱਕ ਸੀਗੇ ਕੈਥੋਲਿਕਸ ਤੇ ਦੂਸਰੇ ਸੀਗੇ ਪ੍ਰੋਟੈਸਟੈਂਟਸ। कैथलिक्स कौन सीगे ਜਿਹੜੇ चर्च ਦੇ ਉੱਪਰ ਬਿਲੀਵ ਕਰਦੇ ਸੀਗੇ। प्रोटेस्टेंट्स कौन सीगे ਜਿਹੜੇ ਕਹਿੰਦੇ ਸੀਗੇ ਕਿ ਚਰਚ ਜਿਹੜੇ ਜਿਹੜੇ ਰਿਚੁਅਲਸ ਵਗੈਰਾ ਚਰਚ ਨੇ ਸਟਾਰਟ ਕੀਤੇ ਹੋਏ ਆ ਉਹ ਉਹਨਾਂ ਦੇ ਅਗੇਂਸਟ ਸੀਗੇ। ਦੈਨ ਕੈਥਲਿਕਸ ਨੇ ਕੀ ਕੀਤਾ, ਪ੍ਰੋਟੈਸਟੈਂਟ ਨੂੰ ਕਿਹਾ ਕਿ ਤੁਸੀਂ ਫਿਰ ਇਦਾਂ ਕਰੋ ਕਿ ਜੇ ਤੁਸੀਂ ਯੂਰਪ ਦੇ ਵਿੱਚ ਸਾਡੇ ਰੂਲਸ ਐਂਡ ਰੈਗੂਲੇਸ਼ਨ ਦੇ ਅਕੋਰਡਿੰਗ ਨਹੀਂ ਰਹਿ ਸਕਦੇ ਤੇ ਤੁਸੀਂ ਇਦਾਂ ਕਰੋ ਕਿ ਤੁਸੀਂ ਇਹਨੂੰ ਯੂਰਪ ਨੂੰ ਛੱਡ ਕੇ ਚੱਲ ਜਾਓ। ਦੈਨ ਉਸ ਤੋਂ ਬਾਅਦ ਕੀ ਹੋਏਗਾ, ਏਜ ਆਫ ਡਿਸਕਵਰੀ ਜਿਹੜੀ ਹੈਗੀ ਆ ਉਹ ਸਟਾਰਟ ਹੋ ਜਾਏਗੀ। ਏਜ ਆਫ ਡਿਸਕਵਰੀ ਦੇ ਵਿੱਚ ਕੀ ਹੁੰਦਾ ਕਿ ਪੋਰਚੁਗਲ ਤੇ ਸਪੇਨ ਵਰਗੇ ਜਿਹੜੇ ਦੇਸ਼ ਹੁੰਦੇ ਆ ਉਹ ਕੀ ਕਰਦੇ ਆ, ਆਪਣੀ ਐਕਸਪੈਕਟੇਸ਼ਨਸ ਜਿਹੜੀਆਂ ਹੈਗੀਆਂ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਸੈਂਡ ਕਰਦੇ ਆ। ਉਹਨਾਂ ਨੇ ਇੰਡੀਆ ਨਾਮ ਦਾ ਇੱਕ ਜਿਹੜਾ ਕੰਟੀਨੈਂਟ ਸੀਗਾ ਉਹਦੇ ਬਾਰੇ ਸੁਣਿਆ ਹੋਇਆ ਸੀਗਾ, ਇੰਡੀਅਨ ਸਬ ਕੰਟੀਨੈਂਟ ਦੇ ਬਾਰੇ, ਤੇ ਉਹ ਕੀ ਕਰਦੇ ਆ, ਉਹਨੂੰ ਲੱਭਣ ਵਾਸਤੇ ਚੱਲ ਜਾਂਦੇ ਆ। ਦੈਨ ਸਭ ਤੋਂ ਪਹਿਲੇ ਜਿਹੜਾ ਹੈਗਾ ਕ੍ਰਿਸਟੋਫਰ ਕੋਲੰਬਸ ਜਿਹੜਾ ਹੈਗਾ ਉਹ ਇੰਡੀਆ ਦੀ ਖੋਜ ਦੇ ਵਿੱਚ ਜਾਂਦਾ ਹੈਗਾ, ਲੇਕਿਨ ਉਹਨੂੰ ਉੱਥੇ ਕੀ ਮਿਲ ਜਾਂਦਾ ਹੈਗਾ, ਅਮਰੀਕਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਨੂੰ ਫਾਊਂਡ ਕਰ ਲੈਂਦਾ ਕ੍ਰਿਸਟੋਫਰ ਕੋਲੰਬਸ। ਇਹ ਸਭ ਕੁਝ ਹੁੰਦਾ 1492 ਦੇ ਵਿੱਚ। 1492 ਦੇ ਵਿੱਚ ਕ੍ਰਿਸਟੋਫਰ ਕੋਲੰਬਸ ਜਿਹੜਾ ਸੀਗਾ ਉਹ ਅਮਰੀਕਾ ਦੀ ਖੋਜ ਕਰਦਾ। ਦੈਨ ਉੱਥੇ ਜਾ ਕੇ ਕੀ ਦੇਖਦੇ ਆ ਕਿ ਉੱਥੇ ਰੈਡ ਇੰਡੀਅਨਸ ਜਿਹੜੇ ਹੈਗੇ ਆ ਉਹ ਰਹਿ ਰਹੇ ਹੁੰਦੇ ਆ। ਦੈਨ ਉਹ ਕੀ ਕਰਦੇ ਆ ਕਿ ਜਾਂ ਤੇ ਉਹ 90% ਆਫ ਰੈਡ ਇੰਡੀਅਨਸ ਜਿਹੜੇ ਹੈਗੇ ਆ ਜਾਂ ਤੇ ਉਹਨਾਂ ਨੂੰ ਮਾਰ ਦਿੰਦੇ ਆ, ਜਾਂ ਫਿਰ ਜਿਹੜੇ ਰੈਡ ਇੰਡੀਅਨਸ ਜਿਹੜੇ ਹੁੰਦੇ ਆ ਉਹ ਕੀ ਕਰਦੇ ਆ, ਉਹ ਜਿਹੜੇ ਟ੍ਰਾਈਬਲਸ ਜਿਹੜੇ ਉੱਥੇ ਏਰੀਆਜ਼ ਹੁੰਦੇ ਆ ਉੱਥੇ ਜਾ ਕੇ ਲੁਕ ਜਾਂਦੇ ਆ। ਦੈਨ ਬ੍ਰਿਟੇਨ ਵਾਲੇ ਕੀ ਕਰਦੇ ਆ, ਉੱਥੇ ਉਹ 13 ਕਾਲੋਨੀਜ਼ ਜਿਹੜੀਆਂ ਹੈਗੀਆਂ USA ਦੇ ਵਿੱਚ ਇਸਟੈਬਲਿਸ਼ ਕਰ ਦਿੰਦੇ ਆ। ਇਹ ਉਹ ਇਸਟੈਬਲਿਸ਼ ਕਰਦੇ ਆ ਅਰਾਊਂਡ 1600 ਦੇ ਆਸ-ਪਾਸ, 1600 AD ਦੇ ਆਸ-ਪਾਸ ਉਹ 13 ਕਾਲੋਨੀਜ਼ USA ਦੇ ਵਿੱਚ ਇਸਟੈਬਲਿਸ਼ ਕਰ ਦਿੰਦੇ ਆ। ਜਿੱਦਾਂ ਆਪਾਂ ਇੰਡੀਆ ਦੇ ਵਿੱਚ ਦੇਖਿਆ ਸੀਗਾ ਕਿ ਉਹ ਕੋਸਟਲ ਏਰੀਆਜ਼ ਦੇ ਅਰਾਊਂਡ ਜਿਹੜੀਆਂ ਆਪਣੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਇਸਟੈਬਲਿਸ਼ ਕਰਦੇ ਆ, ਉੱਦਾਂ ਹੀ USA ਦੇ ਵਿੱਚ ਵੀ ਉਹਨਾਂ ਨੇ ਕੋਸਟਲ ਏਰੀਆਜ਼ ਦੇ ਅਰਾਊਂਡ ਹੀ ਜਿਹੜੀਆਂ ਆਪਣੀਆਂ ਕਾਲੋਨੀਜ਼ ਜਿਹੜੀਆਂ ਸੀਗੀਆਂ ਉਹ 13 ਕਾਲੋਨੀਜ਼ ਉਹਨਾਂ ਨੇ USA ਦੇ ਵਿੱਚ ਬਣਾਈਆਂ। ਹੁਣ ਜਿਹੜੇ ਸੀਗਾ USA ਦੇ ਵਿੱਚ ਕੌਣ ਆ ਗਏ, ਤੁਹਾਡੇ ਬ੍ਰਿਟੇਨ ਵਾਲੇ, ਤੇ ਜਿਹੜਾ ਕੈਨੇਡਾ ਸੀਗਾ ਉੱਥੇ ਤੁਹਾਡੇ ਆ ਗਏ ਸੀਗੇ ਫ੍ਰੈਂਚ ਵਾਲੇ। ਠੀਕ ਹੈ, ਇੰਨਾ ਸਭ ਕੁਝ ਆਪਾਂ ਲਾਸਟ ਕਲਾਸ ਤੱਕ ਇੰਨਾ ਆਪਾਂ ਕਵਰ ਕਰ ਚੁੱਕੇ ਸੀਗੇ। ਦੈਨ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ USA ਵਾਲੇ ਸੀਗੇ ਉਹਨਾਂ ਨੂੰ ਥੋੜਾ ਡਰ ਹੁੰਦਾ ਸੀਗਾ ਫ੍ਰੈਂਚ ਵਾਲਿਆਂ ਦਾ, ਇਸ ਕਰਕੇ ਉਹ ਥੋੜੇ ਟੈਕਸਿਸ ਜਿਹੜੇ ਹੈਗੇ ਬ੍ਰਿਟੇਨ ਵਾਲਿਆਂ ਨੂੰ ਪੇ ਕਰ ਦਿੰਦੇ ਸੀਗੇ ਤਾਂ ਕਿ ਬ੍ਰਿਟੇਨ ਵਾਲੇ ਜਿਹੜੇ ਹੈਗੇ ਆਪਣੀ ਆਰਮੀ ਜਿਹੜੀ ਹੈਗੀ ਉਹ ਇੱਥੇ ਲਗਾ ਕੇ ਰੱਖਣ ਜਾਂ ਹੋਰ ਇਹਨਾਂ ਦੀ ਪ੍ਰੋਟੈਕਸ਼ਨ ਵਗੈਰਾ ਜਿਹੜੀ ਹੈਗੀ ਹੈ ਫ੍ਰੈਂਚ ਵਾਲਿਆਂ ਤੋਂ ਕਰ ਦੇਣ। ਦੈਨ ਹੁੰਦਾ ਕੀ ਆ ਕਿ ਮੀਨਵਾਈਲ ਇੱਕ 7 years ਵਾਰ ਜਿਹੜੀ ਹੁੰਦੀ ਆ ਉਹ ਹੁੰਦੀ ਆ ਐਂਗਲੋ ਫ੍ਰੈਂਚ ਵਾਰ। ਉਸ ਵਾਰ ਦੇ ਵਿੱਚ ਕੀ ਹੁੰਦਾ, ਜਿਹੜੇ ਬ੍ਰਿਟੇਨ ਵਾਲੇ ਹੁੰਦੇ ਆ ਉਹ ਕੀ ਕਰਦੇ ਆ, ਫਰਾਂਸ ਵਾਲਿਆਂ ਨੂੰ ਹਰਾ ਦਿੰਦੇ ਆ। ਹੁਣ ਪੂਰੇ ਅਮਰੀਕਾ ਦੇ ਉੱਪਰ ਕਬਜ਼ਾ ਕਿਹਦਾ ਆ ਜਾਂਦਾਗਾ, ਬ੍ਰਿਟੇਨ ਦਾ। ਲੇਕਿਨ ਬ੍ਰਿਟੇਨ ਜਿਹੜਾ ਸੀਗਾ ਉਹ ਜ਼ਿਆਦਾ ਟੈਕਸਿਸ USA ਤੇ ਕਦੇ ਵੀ ਇੰਪੋਜ਼ ਨਹੀਂ ਕਰਦਾ ਸੀਗਾ। ਉਹਦੀ ਪਾਲਿਸੀ ਹਮੇਸ਼ਾ ਸਟੈਚੂਟਰੀ ਨੈਗਲੈਕਟ ਵਾਲੀ ਰਹਿੰਦੀ ਸੀਗੀ। ਉਸ ਤੋਂ ਇਲਾਵਾ ਇੱਕ ਚੀਜ਼ ਹੋਰ, ਕੈਨੇਡਾ ਤੇ ਰੂਲ ਕਰਦੇ ਸੀਗੇ ਫ੍ਰੈਂਚ, USA ਤੇ ਬ੍ਰਿਟੇਨ, ਤੇ ਜਿਹੜੇ ਲੈਟਿਨ ਅਮਰੀਕਨ ਕੰਟਰੀਜ਼ ਜਿਹੜੀਆਂ ਸੀਗੀਆਂ ਉਹਨਾਂ ਤੇ ਸਪੇਨ ਜਿਹੜਾ ਹੈਗਾ ਉਹ ਰੂਲ ਕਰਦਾ ਸੀਗਾ। ਇਸ ਦਾ ਰੋਲ ਬਾਅਦ ਦੇ ਵਿੱਚ ਆਏਗਾ ਜਦੋਂ ਆਪਾਂ ਮੌਨਰੋ ਡਾਕਟਰੀਨ ਜਿਹੜੀ ਹੈਗੀ ਆ ਉਹ ਕਰਾਂਗੇ। ਠੀਕ ਹੈ, ਉਹ ਵੀ ਅੱਜ ਹੀ ਤੁਹਾਨੂੰ ਕਵਰ ਕਰਵਾਵਾਂਗਾ ਮੌਨਰੋ ਡਾਕਟਰੀਨ। ਫਿਲਹਾਲ ਆਪਾਂ ਪਿੱਛੇ ਚੱਲਦੇ ਹਾਂ। ਲੈ ਦੋਨਾਂ ਦੇ ਇਹਨਾਂ ਦਾ ਕਬਜ਼ਾ ਹੋ ਗਿਆ ਬ੍ਰਿਟੇਨ ਵਾਲਿਆਂ ਦਾ। ਅੱਜ ਤੋਂ ਪਹਿਲੇ ਬ੍ਰਿਟੇਨ ਕੀ ਕਰਦਾ ਸੀਗਾ, ਸਟੈਚੂਟਰੀ ਨੈਗਲੈਕਟ ਦੀ ਪਾਲਿਸੀ ਅਪਣਾਉਂਦਾ ਸੀਗਾ, ਜਿਹਦੇ ਵਿੱਚ ਕੀ ਹੁੰਦਾ ਸੀਗਾ, ਬ੍ਰਿਟੇਨ ਇਹਨਾਂ ਦੇ ਉੱਪਰ ਜ਼ਿਆਦਾ ਟੈਕਸਿਸ ਜਿਹੜੇ ਹੈਗੇ ਆ ਉਹ ਇੰਪੋਜ਼ ਨਹੀਂ ਕਰਦਾ ਸੀਗਾ, ਕਿਉਂਕਿ ਬ੍ਰਿਟੇਨ ਲਈ ਜਿਹੜਾ USA ਜਿਹੜਾ ਸੀਗਾ ਉਹ ਐਜ਼ ਸੱਚ ਸਟ੍ਰੈਟੇਜਿਕ ਇੰਪੋਰਟੈਂਸ ਰੱਖਦਾ ਸੀਗਾ। ਐਜ਼ ਸੱਚ ਇਕਨੋਮਿਕਲੀ ਇੰਪੋਰਟੈਂਟ ਜਿਹੜਾ ਸੀਗਾ ਉਹ ਬ੍ਰਿਟੇਨ ਵਾਸਤੇ ਜਿਹੜਾ ਸੀਗਾ USA ਜਿਹੜਾ ਸੀਗਾ ਉਹ ਐਜ਼ ਸੱਚ ਇੰਪੋਰਟੈਂਟ ਨਹੀਂ ਸੀਗਾ, ਕਿਉਂਕਿ ਬ੍ਰਿਟੇਨ ਨੂੰ ਲੱਗਦਾ ਸੀਗਾ ਕਿ ਜਿਹੜਾ ਹੈਗਾ ਏਸ਼ੀਆ ਜਿਹੜਾ ਹੈਗਾ ਉਹਦੇ ਤੇ ਮੇਰਾ ਕਬਜ਼ਾ ਹੈਗਾ, ਅਫਰੀਕਾ ਜਿਹੜਾ ਹੈਗਾ ਉਹਦੇ ਤੇ ਮੇਰਾ ਕਬਜ਼ਾ ਹੈਗਾ, ਦੈਨ USA ਤੇ ਜਾਂ ਅਮਰੀਕਾ ਤੇ ਵੀ ਜੇ ਮੇਰਾ ਕਬਜ਼ਾ ਹੋ ਜਾਂਦਾ ਤੇ ਉਹ ਜਿਹੜੀ ਹੈਗੀ ਆ ਉਹਦੀ ਸਟ੍ਰੈਟੇਜਿਕਲੀ ਉਹ ਇਹਦੇ ਲਈ ਇੰਪੋਰਟੈਂਟ ਹੋ ਜਾਏਗਾ। ਕਿਸ ਲਈ ਕਿ ਸਨ ਨੈਵਰ ਸੈਟਸ ਇਨ ਦਾ ਬ੍ਰਿਟਿਸ਼ ਡੋਮੇਨ, ਕਿ ਬ੍ਰਿਟੇਨ ਦੇ ਉਹਦੇ ਵਿੱਚ ਸੂਰਜ ਜਿਹੜਾ ਹੈਗਾ ਉਹ ਕਦੀ ਵੀ ਟਲਦਾ ਨਹੀਂ ਹੈ। ਠੀਕ ਹੈ, ਹਮੇਸ਼ਾ ਸੂਰਜ ਜਿਹੜਾ ਹੈਗਾ ਜੇ ਮੰਨ ਲਓ ਇੱਥੇ ਰਾਤ ਹੋ ਜਾਏਗੀ ਤੇ ਇੱਥੇ ਦਿਨ ਰਹੇਗਾ। ਠੀਕ ਹੈ, ਇੱਥੇ ਰਾਤ ਹੋ ਜਾਏਗੀ ਤੇ ਇੱਥੇ ਦਿਨ ਰਹੇਗਾ। ਇਸ ਕਰਕੇ ਸੂਰਜ ਕਦੀ ਵੀ ਜਿਹੜੀ ਬ੍ਰਿਟਿਸ਼ ਡੋਮੇਨ ਸੀਗਾ ਉੱਥੇ ਟਲਦਾ ਨਹੀਂ ਸੀਗਾ। ਇਸ ਕਰਕੇ ਉਹ ਬ੍ਰਿਟੇਨ ਨੂੰ ਐਜ਼ ਸੱਚ ਉਹਨੂੰ ਐਕਸਪਲੋਇਟ ਕਰਨ ਵਾਸਤੇ ਕਦੀ ਨਹੀਂ ਆਇਆ ਸੀਗਾ ਬ੍ਰਿਟੇਨ USA ਨੂੰ। ਉਹ ਹਮੇਸ਼ਾ ਸਿਰਫ ਸਟੈਚੂਟਰੀ ਨੈਗਲੈਕਟ ਦੀ ਪਾਲਿਸੀ ਹਮੇਸ਼ਾ ਅਪਣਾਏਗਾ ਤੇ ਐਜ਼ ਸੱਚ ਇਹਨਾਂ ਤੇ ਕਦੀ ਵੀ ਇੰਨੇ ਟੈਕਸਿਸ ਜਿਹੜੇ ਹੈਗੇ ਉਹ ਨਹੀਂ ਲਗਾਏਗਾ। ਸਿਰਫ ਔਰ ਸਿਰਫ ਇਹਦੇ ਲਈ ਸਟ੍ਰੈਟੇਜਿਕਲੀ ਇੰਪੋਰਟੈਂਟ ਸੀਗਾ USA। ਠੀਕ ਹੈ, ਦੈਨ ਉਸ ਤੋਂ ਬਾਅਦ ਕੀ ਹੁੰਦਾ,
कि ਜਦੋਂ ਹੁਣ ਬ੍ਰਿਟੇਨ ਨੇ ਜੰਗ ਲੜੀ ਹੈ ਬਹੁਤ ਵੱਡੀ ਫ੍ਰੈਂਚ ਦੇ ਨਾਲ, ਠੀਕ ਹੈ, ਹੁਣ ਬ੍ਰਿਟੇਨ ਦਾ ਜਿਹੜਾ ਕਿੰਗ ਹੋਏਗਾ ਜਾਂ ਕਰਾਊਨ ਹੋਏਗਾ ਉਹ ਕੀ ਕਹੇਗਾ, USA ਵਾਲਿਆਂ ਨੂੰ ਕਹੇਗਾ ਕਿ ਕਿਉਂਕਿ ਮੈਂ ਤੁਹਾਨੂੰ ਫ੍ਰੈਂਚ ਤੋਂ ਆਜ਼ਾਦੀ ਦਿਲਾਈ ਆ, ਹੁਣ ਉਸ ਆਜ਼ਾਦੀ ਦੇ ਲਈ ਮੈਨੂੰ ਇੱਕ ਵੱਡੀ ਜੰਗ ਜਿਹੜੀ ਸੀਗੀ ਉਹ ਲੜਨੀ ਪਈ, ਉਹ 7 ਸਾਲ ਵਾਰ ਜਿਹੜੀ ਸੀਗੀ ਉਹ ਚੱਲੀ ਸੀਗੀ। ਹੁਣ ਜਦੋਂ ਇੰਨੀ ਲੰਬੀ ਜੰਗ ਮੈਨੂੰ ਲੜਨੀ ਪਈ ਆ, ਇਸ ਦੀ ਵਜ੍ਹਾ ਨਾਲ ਅੱਜ ਤੋਂ ਬਾਅਦ ਮੈਂ ਤੁਹਾਡੇ ਉੱਪਰ ਟੈਕਸਿਸ ਜਿਹੜੇ ਹੈਗੇ ਆ ਉਹ ਇੰਪੋਜ਼ ਕਰਾਂਗਾ। ਇਸੇ ਦੇ ਰਿਗਾਰਡਿੰਗ ਇੱਕ ਟੈਕਸ ਹੁੰਦਾ ਹੈਡ ਟੈਕਸ। ਇੱਥੇ ਨਾ USA ਦੇ ਵਿੱਚ ਕਾਊਬॉय ਹੈਟਸ ਜਿਹੜੀਆਂ ਸੀਗੀਆਂ ਉਹ ਬਣਦੀਆਂ ਹੁੰਦੀਆਂ ਸੀਗੀਆਂ ਸਟ੍ਰॉ ਹੈਟ ਟੈਕਸ। ਇਹ ਹੈਟਸ ਜਿਹੜੀਆਂ ਸੀਗੀਆਂ ਉਹ ਬਣਦੀਆਂ ਹੁੰਦੀਆਂ ਸੀਗੀਆਂ। ਬ੍ਰਿਟੇਨ ਵਾਲਿਆਂ ਨੇ ਕੀ ਕੀਤਾ ਕਿ ਅੱਜ ਤੋਂ ਬਾਅਦ ਜਿਹੜੀਆਂ ਹੈਟਸ ਤੁਸੀਂ ਬਣਾਓਗੇ ਇਸ ਦੇ ਉੱਪਰ ਟੈਕਸ ਲੱਗਿਆ ਕਰੇਗਾ। ਫॉर एग्जांपल ਆ USA ਆ ਤੁਹਾਡਾ ਸਾਰਾ, ਠੀਕ ਹੈ, ਇੱਕ ਛੋਟੀ ਸਟੇਟ ਹੈਗੀ ਹੈ ਇੱਥੇ ਤੇ ਦੂਸਰੀ ਉਹਦੀ ਸਟੇਟ ਹੈਗੀ ਹੈ ਇੱਥੇ। ਜੇ ਮੰਨ ਲਓ ਆਹ ਵਾਲੀ ਸਟੇਟ ਜਿਹੜੀ ਹੈਗੀਆਂ ਸਟ੍ਰॉ ਹੈਟਸ ਬਣਾ ਰਹੀ ਆ, ਉਸ ਨੂੰ ਉਹ ਡਾਇਰੈਕਟ ਇਹ ਸਟੇਟ ਨੂੰ ਨਹੀਂ ਵੇਚ ਸਕੇਗੀ। ਆ ਜਿਹੜਾ ਹੈਟ ਸਟ੍ਰॉ ਹੈਟ ਟੈਕਸ ਜਿਹੜਾ ਸੀਗਾ ਜਾਂ ਸਟ੍ਰॉ ਹੈਟ ਰੂਲ ਜਿਹੜਾ ਸੀਗਾ ਉਹਦੇ ਅਕੋਰਡਿੰਗ ਕੀ ਸੀਗਾ ਕਿ ਇਸ ਤੋਂ ਖਰੀਦਣਗੇ ਬ੍ਰਿਟੇਨ ਵਾਲੇ ਇਹ ਜੋ ਸਟੇਟ ਪ੍ਰੋਡਿਊਸ ਕਰ ਰਹੀ ਆ, ਐਂਡ ਦੈਨ ਇਹ ਜਿਹੜੇ ਹੈਗੇ ਆ ਹੋਲ ਆਫ ਦਾ ਯੂਰਪ ਨੂੰ ਜਾਂ ਹੋਲ ਆਫ ਦਾ USA ਨੂੰ ਇਹ ਜਿਹੜੀਆਂ ਹੈਗੀਆਂ ਟੈਕਸ ਇਹਦੇ ਹੈਟਸ ਦੇ ਉੱਪਰ ਟੈਕਸਿਸ ਲਗਾ ਕੇ ਬਾਕੀਆਂ ਨੂੰ ਵੇਚਣਗੇ। ਕੋਈ ਵੀ ਦੂਸਰੀ ਸਟੇਟ ਆ ਕੇ ਡਾਇਰੈਕਟਲੀ ਇਹਦੇ ਤੋਂ ਟੈਕਸ ਜਿਹੜਾ ਹੈ ਹੈਟਸ ਜਿਹੜੀਆਂ ਹੈਗੀਆਂ ਉਹ ਨਹੀਂ ਖਰੀਦ ਸਕਦੀ। ਸੇਮ ਚੀਜ਼ ਇਹਨਾਂ ਨੇ ਇੰਡੀਆ ਦੇ ਵਿੱਚ ਵੀ ਕੀਤੀ ਸੀਗੀ। ਬੰਗਾਲ ਦੇ ਵਿੱਚ ਇੱਕ ਵਾਰੀ ਕੀ ਹੋਇਆ, ਫੈਮਾਈਨ ਆ ਗਿਆ ਤੇ ਉਸ ਦੌਰਾਨ ਕੀ ਹੋਇਆ ਕਿ ਉੱਥੇ ਪ੍ਰੋਡਕਸ਼ਨ ਜਿਹੜੀ ਹੈਗੀ ਆ ਉਹ ਨਹੀਂ ਹੋ ਪਾਈ। ਮੀਨਵਾਈਲ ਪੰਜਾਬ ਜਿਹੜਾ ਸੀਗਾ ਉੱਥੇ ਪ੍ਰੋਡਕਸ਼ਨ ਜਿਹੜੀ ਸੀਗੀ ਉਹ ਜ਼ਿਆਦਾ ਹੋ ਗਈ। ਲੇਕਿਨ ਬ੍ਰਿਟੇਨ ਵਾਲਿਆਂ ਦਾ ਰੂਲ ਕੀ ਸੀਗਾ ਕਿ ਬੰਗਾਲ ਜਿਹੜਾ ਹੈਗਾ ਉਹ ਡਾਇਰੈਕਟਲੀ ਪੰਜਾਬ ਕੋਲੇ ਜਾ ਕੇ ਫਸਲ ਜਿਹੜੀ ਹੈਗੀ ਉਹ ਨਹੀਂ ਖਰੀਦ ਸਕਦਾ। ਇਹਨਾਂ ਤੋਂ ਜੇ ਫਸਲ ਖਰੀਦਣਗੇ ਤੇ ਬ੍ਰਿਟੇਨ ਵਾਲੇ ਹੀ ਖਰੀਦਣਗੇ, ਦੈਨ ਉਹ ਆਪਣੇ ਅਕੋਰਡਿੰਗ ਉਸ ਦੇ ਉੱਪਰ ਟੈਕਸਿਸ ਲਗਾ ਕੇ ਬੰਗਾਲ ਵਾਲਿਆਂ ਨੂੰ ਵੇਚਣਗੇ, ਠੀਕ ਹੈ। ਇਹ ਕੁਝ ਹੋਰ ਰੂਲਸ ਵੀ ਹੈ, ਜਿਵੇਂ ਸਟ੍ਰॉ ਹੈਟ ਟੈਕਸ ਲਗਾਤਾ, ਦੈਨ ਹੋਰ ਉਹਨਾਂ ਨੇ ਟੈਕਸ ਲਗਾਏ, ਜਿਵੇਂ ਸ਼ੂਗਰ ਟੈਕਸ ਜਿਹੜਾ ਸੀਗਾ ਉਹ ਲਗਾਤਾ, ਐਲਕੋਹਲ ਦੇ ਉੱਪਰ ਟੈਕਸ ਜਿਹੜਾ ਸੀਗਾ ਉਹ ਲਗਾਤਾ, ਹੋਰ ਬਹੁਤ ਸਾਰੇ ਟੈਕਸਿਸ ਜਿਹੜੇ ਹੈਗੇ ਉਹ ਮੈਂ ਤੁਹਾਨੂੰ ਨੋਟਸ ਦੇ ਵਿੱਚ ਨਾਲ ਦੀ ਨਾਲ ਲਿਖਵਾ ਦਵਾਂਗਾ, ਠੀਕ ਹੈ। ਤੇ ਆ ਸੀਗੇ ਟੈਕਸਿਸ। ਦੈਨ ਫਾਈਨਲੀ ਕੀ ਹੋਇਆ, ਹੌਲੀ ਹੌਲੀ ਹੁਣ ਜਦੋਂ ਆ ਤੁਹਾਡਾ USA ਜਿਹੜਾ ਸੀਗਾ, ਕਿਉਂਕਿ ਇਹਦੇ ਬ੍ਰਿਟੇਨ ਇਹਦੇ ਵਿੱਚ ਐਂਟਰ ਕਰ ਗਿਆ ਸੀਗਾ, ਆਪਾਂ ਮੰਨ ਲੈਂਦੇ ਆ 1500 ਦੇ ਵਿੱਚ, 1492 ਦੇ ਵਿੱਚ ਇਹਦੀ ਖੋਜ ਹੁੰਦੀ ਆ, 1500 ਦੇ ਵਿੱਚ ਬ੍ਰਿਟੇਨ ਆ ਗਿਆ, 1600 ਦੇ ਵਿੱਚ ਉਹਨੇ ਆ ਕੇ 13 ਕਾਲੋਨੀਜ਼ ਜਿਹੜੀਆਂ ਸੀਗੀਆਂ ਉਹ ਬਣਾਤੀਆਂ। ਅੱਜ ਆ ਤੁਹਾਡੀ ਵਾਰ ਖਤਮ ਹੁੰਦੀ ਹੈ 1783 ਦੇ ਆਸ-ਪਾਸ, 1763 ਦੇ ਆਸ-ਪਾਸ ਵਾਰ ਜਿਹੜੀ ਹੈਗੀ ਆ 7 ਈਅਰ ਵਾਰ ਜਿਹੜੀ ਚੱਲੀ ਸੀਗੀ ਉਹ ਚੱਲੀ ਸੀਗੀ 1756 ਤੋਂ ਲੈ ਕੇ 63 ਤੱਕ, ਠੀਕ ਹੈ। ਤੇ ਆਪ 1500 ਤੋਂ ਆਪਾਂ ਮੰਨੀਏ 1763 ਦੇ ਅੰਦਰ ਤੇ 260 ਸਾਲ ਜਾਂ 263 ਸਾਲ ਜਿਹੜੇ ਹੈਗੇ ਆ ਉਹ ਬ੍ਰਿਟੇਨ ਨੇ USA ਦੇ ਉੱਪਰ ਟੈਕਸ ਨਹੀਂ ਲਗਾਇਆ। ਹੁਣ ਜਦੋਂ ਇਹਨਾਂ ਦੇ ਉੱਪਰ ਟੈਕਸ ਨਹੀਂ ਲਗਾਇਆ, ਇਹ ਕੀ ਹੋਇਆ, ਇਕਨੋਮਿਕਲੀ ਮੈਚੁਰ ਹੋ ਗਏ, ਠੀਕ ਹੈ, ਸੋਸ਼ਲੀ ਮੈਚੁਰ ਹੋ ਗਏ, ਸਾਈਕੋਲੋਜੀਕਲੀ ਮੈਚੁਰ ਹੋ ਗਏ। ਹੁਣ ਜਦੋਂ ਬੰਦਾ ਮੈਚੁਰ ਹੋ ਜਾਂਦਾ ਤੇ ਉਹ ਕੀ ਕਰਦਾ, ਆਪਣੇ ਪੇਰੈਂਟਸ ਦੀ ਗੱਲ ਸੁਣਨੀ ਬੰਦ ਕਰ ਦਿੰਦਾ। ਸੇਮ ਇਹਨਾਂ ਨੇ ਕੀ ਕੀਤਾ, ਜਦੋਂ ਹੀ ਬ੍ਰਿਟੇਨ ਵਾਲਿਆਂ ਨੇ ਇਹਨਾਂ ਦੇ ਉੱਪਰ ਟੈਕਸਿਸ ਇੰਪੋਜ਼ ਕੀਤੇ, ਇਹਨਾਂ ਨੇ ਕਹਿਤਾ ਨੋ ਟੈਕਸੇਸ਼ਨ ਵਿਦਆਊਟ ਰਿਪਰੈਜ਼ੈਂਟੇਸ਼ਨ, ਕਿ ਉਦੋਂ ਤੱਕ ਸਾਡੇ ਉੱਪਰ ਟੈਕਸ ਨਹੀਂ ਲਗਾਇਆ ਜਾਏਗਾ ਜਦੋਂ ਤੱਕ ਸਾਨੂੰ ਰਿਪਰੈਜ਼ੈਂਟੇਸ਼ਨ ਜਿਹੜੀ ਹੈਗੀ ਉਹ ਨਹੀਂ ਦਿੰਦੇ। ਇਹ ਸਾਰੇ ਕੀ ਹੋ ਗਏ, ਮੈਚੁਰ ਹੋ ਚੁੱਕੇ ਸੀਗੇ ਇਕਨੋਮਿਕਲੀ, ਸੋਸ਼ਲੀ, ਫਿਲੋਸਫਿਕਲੀ, ਪੋਲੀਟੀਕਲੀ, ਇਹ ਮੈਚੁਰ ਹੋ ਗਏ, ਇਹਨਾਂ ਨੇ ਟੈਕਸ ਦੇਣੇ ਤੋਂ ਇਨਕਾਰ ਕਰਤਾ। ਦੈਨ ਉਸ ਤੋਂ ਬਾਅਦ ਕੀ ਹੋਏਗਾ, ਬ੍ਰਿਟੇਨ ਜਦੋਂ ਆਹ ਵਾਲੇ ਟੈਕਸਿਸ ਜਿਹੜੇ ਲਗਾਉਣ ਲੱਗੇਗਾ, ਦੈਨ ਫਾਈਨਲੀ ਇੱਕ ਟੈਕਸ ਲਗਾਇਆ ਜਾਏਗਾ ਟੀ ਟੈਕਸ। ਬੋਸਟਨ ਦੇ ਅੰਦਰ, ਬੋਸਟਨ ਪੋਰਟ ਦੇ ਅੰਦਰ ਜਿਹੜੀ ਹੈਗੀ ਆ ਚਾਹ ਜਿਹੜੀ ਹੈਗੀ ਆ ਉਹ ਚਾਈਨਾ ਤੋਂ ਇੰਪੋਰਟ ਹੋ ਕੇ ਆਉਂਦੀ ਆ ਤੇ ਇਹਨਾਂ ਦੇ ਉੱਪਰ ਬੋਸਟਨ ਟੀ ਟੈਕਸ ਜਿਹੜਾ ਹੈਗਾ ਉਹ ਲਗਾ ਦਿੰਦੇ ਆ। ਅੱਜ ਦੇ ਦਿਨ ਕੀ ਹੋਏਗਾ, ਜਿਹੜੇ USA ਵਾਲੇ ਲੋਕੀ ਹੋਣਗੇ ਉਹ ਜਾਣ ਬੁੱਝ ਕੇ ਰੈੱਡ ਇੰਡੀਅਨਸ ਦੀ ਡਰੈਸ ਪਾ ਕੇ ਆਣਗੇ। ਇਹ ਦਰਸਾ ਰਹੇ ਸੀਗੇ ਕਿ ਅੱਜ ਤੋਂ ਬਾਅਦ ਅਸੀਂ ਬ੍ਰਿਟੇਨ ਦੇ ਨਾਲ ਕੋਈ ਤਾਲੁਕ ਜਿਹੜੇ ਹੈਗੇ ਆ ਉਹ ਨਹੀਂ ਰੱਖਣੇ, ਅਸੀਂ ਵੀ ਹੁਣ ਰੈੱਡ ਇੰਡੀਅਨਸ ਜਿਹੜੇ ਹੈਗੇ ਆ ਉਹ ਬਣ ਗਏ ਆ ਜੋ ਇੱਥੋਂ ਦੇ ਨੇਟਿਵ ਸੀਗੇ। ਉਹ ਰੈੱਡ ਇੰਡੀਅਨਸ ਦੀ ਡਰੈਸ ਪਾ ਕੇ ਆਣਗੇ। ਬੋਸਟਨ ਟੀ ਪਾਰਟੀ ਉਹਨੂੰ ਕਹਿੰਦੇ ਆ। ਬੋਸਟਨ ਦੇ ਉਹ ਜਿਹੜਾ ਪੋਰਟ ਜਿਹੜਾ ਸੀਗਾ ਉੱਥੇ ਟੀ ਜਿਹੜੀ ਸੀਗੀ ਉਹ ਅਨਲੋਡ ਹੋਈ ਸੀ। ਲੋਕਾਂ ਨੇ ਕੀ ਕੀਤਾ, ਆਹ ਟੀਜ਼ ਨੂੰ ਚੱਕ ਕੇ ਰੈੱਡ ਇੰਡੀਅਨਸ ਦੀ ਡਰੈਸ ਪਾ ਕੇ USA ਵਾਲਿਆਂ ਨੇ ਆਹ ਟੀ ਨੂੰ ਚੱਕ ਕੇ ਜਿਹੜਾ ਉੱਥੇ ਓਸ਼ਨ ਜਿਹੜਾ ਸੀਗਾ ਉੱਥੇ ਸੁੱਟਦਾ, ਠੀਕ ਹੈ। ਇਸੇ ਚੀਜ਼ ਨੂੰ ਕਹਿੰਦੇ ਆ ਬੋਸਟਨ ਟੀ ਪਾਰਟੀ। ਤੇ ਦੈਨ ਉਹਦੇ ਨਾਲ ਹੀ ਜਿਹੜੀ ਰੈਵੋਲੂਸ਼ਨ ਜਿਹੜੀ ਸੀਗੀ ਅਮਰੀਕਨ ਵਾਰ ਆਫ ਇੰਡੀਪੈਂਡੈਂਸ ਜਿਹੜੀ ਹੈਗੀ ਆ ਉਹ ਇੱਥੋਂ ਆਪਣਾ ਸਹੀ ਪੇਜ ਜਿਹੜਾ ਹੈਗਾ ਉਹ ਲੈ ਲੈਂਦੀ ਹੈ ਤੇ ਅਮਰੀਕਾ ਜਿਹੜਾ ਹੈਗਾ ਉਹ ਆਜ਼ਾਦ ਹੋ ਜਾਂਦਾ, ਠੀਕ ਹੈ। ਦੈਨ ਉਸ ਤੋਂ ਬਾਅਦ ਕੀ ਹੋਏਗਾ, ਇਹ ਜਿਹੜਾ ਹੈਗਾ ਇਹ ਆਪਣਾ ਕੀ ਕਹਿੰਦੇ ਆ ਕਨਸਟੀਟਿਊਸ਼ਨ ਜਿਹੜਾ ਹੈਗਾ ਉਹ ਲਿਖਣਗੇ। ਹੁਣ ਜਦੋਂ ਇਹ ਕਨਸਟੀਟਿਊਸ਼ਨ ਆਪਣਾ ਲਿਖ ਲੈਂਦੇ ਆ ਫਿਰ ਉਹਦੇ ਵਿੱਚ ਵੇਰੀਅਸ ਗੱਲਾਂ ਜਿਹੜੀਆਂ ਹੈਗੀਆਂ ਉਹ ਕਰਦੇ ਆ ਕਿ
ਜਿਹੜੇ ਲੋਕੀ ਜਿਹੜੇ ਹੋਣਗੇ ਉਹਨਾਂ ਨੂੰ ਰਾਈਟ ਟੂ ਪ੍ਰੋਪਰਟੀ ਜਿਹੜਾ ਹੈਗਾ ਉਹ ਪ੍ਰੋਵਾਈਡ ਕਰਵਾਇਆ ਜਾਏਗਾ। ਤੇ ਦੈਨ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਇਹਦੇ ਵਿੱਚ ਰਾਈਟ ਟੂ ਫਰੀडम ਹੋਏਗੀ, ਲੋਕੀ ਆਪਣਾ ਜਿਹੜਾ ਹੈਗਾ ਐਕਸਪ੍ਰੈਸ ਕਰ ਸਕਣਗੇ ਆਪਣੇ ਆਪ ਨੂੰ। ਉਹ ਸਾਰੀਆਂ ਫਰੀडम्स ਜਿਹੜੀਆਂ ਹੈਗੀਆਂ ਇਹਨਾਂ ਨੇ ਆਪਣੇ ਇੰਡੀਪੈਂਡੈਂਸ ਦੇ ਵਿੱਚ ਲਿਖੀਆਂ, ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਲਿਖੀਆਂ ਜਾਂਦੀਆਂ। ਦੈਨ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਆ ਜਾਂਦਾ ਕੀ ਕਹਿੰਦਾ ਅਮਰੀਕਨ ਕਨਸਟੀਟਿਊਸ਼ਨ ਜਿਹੜਾ ਹੈਗਾ ਉਹ ਲਿਖਿਆ ਜਾਂਦਾ। ਦੈਨ ਮੀਨਵਾਈਲ ਸਟੋਰੀ ਕੀ ਚੱਲਦੀ ਆ, ਇੱਕ ਆਉਂਦੀ ਆ ਮੌਨਰੋ ਡਾਕਟਰਾਈਨ, ਇਹ ਆਉਂਦੀ ਆ 1823 ਦੇ ਵਿੱਚ। ਮੌਨਰੋ ਡਾਕਟਰਾਈਨ ਦੇ ਵਿੱਚ ਕੀ ਹੁੰਦਾ, ਮੈਂ ਤੁਹਾਨੂੰ ਦੱਸਿਆ ਸੀਗਾ ਕਿ USA ਦੇ ਵਿੱਚ ਰੂਲ ਕਰ ਰਿਹਾ ਸੀਗਾ ਬ੍ਰਿਟੇਨ, ਤੇ ਫਰਾਂਸ ਦੇ ਵਿੱਚ ਰੂਲ ਕਰ ਰਿਹਾ ਸੀਗਾ ਕੈਨੇਡਾ, ਤੇ ਜਿਹੜਾ ਤੁਹਾਡੇ ਲੈਟਿਨ ਅਮਰੀਕਨ ਕੰਟਰੀਜ਼ ਜਿਹੜੀਆਂ ਸੀਗੀਆਂ ਉੱਥੇ ਰੂਲ ਕਰ ਰਿਹਾ ਸੀਗਾ ਸਪੇਨ। ਫ੍ਰੈਂਚ ਨੂੰ ਤੇ ਹਰਾਤਾ ਸੀਗਾ ਬ੍ਰਿਟੇਨ ਵਾਲਿਆਂ ਨੇ, ਜਿਹੜੀ ਉਹ 7 ਈਅਰ ਵਾਰ ਹੁੰਦੀ ਆ, ਤੇ ਆ ਰਹਿ ਗਏ ਸੀਗੇ ਲੈਟਿਨ ਅਮਰੀਕਾ ਦੇ ਵਿੱਚ ਸਪੇਨ ਵਾਲੇ। ਮੌਨਰੋ ਡਾਕਟਰਾਈਨ ਦੇ ਵਿੱਚ ਅਮਰੀਕਾ ਨੇ ਇਹ ਕਹਿਤਾ ਕਿ ਅੱਜ ਤੋਂ ਬਾਅਦ ਜਿੰਨੀਆਂ ਵੀ ਅਮਰੀਕਾ ਦੇ ਅੰਦਰ ਜਿੰਨਾ ਵੀ ਆਂਦਾ, ਮਤਲਬ ਤੁਹਾਡਾ ਸਾਰਾ ਨਾਰਥ ਅਮਰੀਕਾ ਹੋ ਗਿਆ, ਸਾਊਥ ਅਮਰੀਕਾ ਹੋ ਗਿਆ, ਦੈਨ ਤੁਹਾਡਾ ਲੈਟਿਨ ਅਮਰੀਕਾ, ਜਿਹੜੀਆਂ ਲੈਟਿਨ ਅਮਰੀਕਨ ਕੰਟਰੀਜ਼ ਜਿਹੜੀਆਂ ਹੈਗੀਆਂ ਇਹ ਸਾਰੀਆਂ ਅਮਰੀਕਾ ਹੀ ਹੈਂਡਲ ਕਰੇਗਾ। ਕੋਈ ਯੂਰੋਪੀਅਨ ਕੰਟਰੀ ਇੱਥੇ ਆ ਕੇ ਇਸ ਚੀਜ਼ ਨੂੰ ਹੈਂਡਲ ਨਾ ਕਰੇ, ਜਾਂ ਇਹਨਾਂ ਦੇ ਉੱਪਰ ਕੋਈ ਵੀ ਟੈਕਸ ਨਹੀਂ ਲਗਾ ਸਕਦੀ, ਜਾਂ ਇਹਨਾਂ ਨੂੰ ਕੋਈ ਵੀ ਪੈਸੇ ਜੇ ਉਹਨਾਂ ਨੇ ਉਧਾਰ ਦਿੱਤੇ ਹੋਏ ਆ ਤੇ ਉਹ ਪੈਸੇ ਵਾਪਸ ਆ ਕੇ ਇਹਨਾਂ ਤੋਂ ਨਹੀਂ ਮੰਗੇਗੀ। ਇਹ ਸਭ ਕੁਝ ਉਹਨਾਂ ਨੇ ਕਹਿਤਾ ਮੌਨਰੋ ਡਾਕਟਰਾਈਨ ਦੇ ਵਿੱਚ। ਇਹ ਸੀਗੀ ਤੁਹਾਡੀ ਮੌਨਰੋ ਡਾਕਟਰਾਈਨ ਕਿ ਅੱਜ ਤੋਂ ਬਾਅਦ ਅਮਰੀਕਾ ਕੀ ਕਰੇਗਾ, ਜਿੰਨੀਆਂ ਵੀ ਉਹਦੇ ਆਸ-ਪਾਸ ਦੀਆਂ ਕੰਟਰੀਜ਼ ਹੋਣਗੀਆਂ, ਵੀ ਸਾਊਥ ਅਮਰੀਕਾ ਜਾਂ ਫਿਰ ਲੈਟਿਨ ਅਮਰੀਕਨ, ਜਿੰਨੀਆਂ ਵੀ ਆਪਾਂ ਅਮਰੀਕਾ ਦੇ ਮੈਪ ਦੇ ਵਿੱਚ ਜਿੰਨੀਆਂ ਵੀ ਆਪਾਂ ਕੰਟਰੀਜ਼ ਦੇਖਦੇ ਆ, ਉਹ ਸਾਰੀਆਂ ਨੂੰ ਦੇ ਨਾਲ ਡੀਲ ਕੌਣ ਕਰੇਗਾ, USA ਡੀਲ ਕਰੇਗਾ। USA ਹੀ ਉਹਨਾਂ ਨੂੰ ਜਿਹੜੇ ਹੈਗੇ ਆ ਮੀਨਸ ਆਫ ਪ੍ਰੋਡਕਸ਼ਨ ਜਿਹੜੇ ਹੈਗੇ ਆ ਉਹ ਸਾਰੇ USA ਹੀ ਉਹਨਾਂ ਨੂੰ ਪ੍ਰੋਵਾਈਡ ਕਰਵਾਏਗਾ। ਇਹ ਸੀਗੀ ਤੁਹਾਡੀ ਮੌਨਰੋ ਡਾਕਟਰਾਈਨ। ਹੁਣ ਇੱਕ ਅਮਰੀਕਨ ਵਾਰ ਆਫ ਇੰਡੀਪੈਂਡੈਂਸ ਦੇ ਵਿੱਚ ਹੀ, ਅਮਰੀਕਨ ਰੈਵੋਲੂਸ਼ਨ ਦੇ ਵਿੱਚ ਹੀ ਇੱਕ ਇਨਸੀਡੈਂਟ ਜਿਹੜਾ ਹੈਗਾ ਉਹ ਹੋਰ ਆਉਂਦਾ। ਉਹ ਇਨਸੀਡੈਂਟ ਹੈਗਾ ਤੁਹਾਡਾ ਅਮਰੀਕਨ ਸਿਵਲ ਵਾਰ। ਅਮਰੀਕਨ ਸਿਵਲ ਵਾਰ ਕੀ ਸੀਗੀ ਕਿ ਆ ਸੀਗਾ ਤੁਹਾਡਾ ਨਾਰਥ ਅਮਰੀਕਾ, ਸੌਰੀ ਆ ਸੀਗਾ ਤੁਹਾਡਾ USA ਦੋ ਪਾਰਟਸ ਦੇ ਵਿੱਚ ਡਿਵਾਈਡਡ ਸੀਗਾ। ਇੱਕ ਸੀਗਾ ਤੁਹਾਡਾ ਨਾਰਥ USA ਜਾਂ ਨਾਰਥ ਅਮਰੀਕਾ ਕਹਿ ਲਓ, ਤੇ ਦੂਸਰਾ ਸੀਗਾ ਤੁਹਾਡਾ ਸਾਊਥ ਅਮਰੀਕਾ। ਨਾਰਥ ਅਮਰੀਕਾ ਦੇ ਵਿੱਚ 25 ਸਟੇਟਸ ਜਿਹੜੀਆਂ ਸੀਗੀਆਂ ਉਹ ਹੁੰਦੀਆਂ ਸੀਗੀਆਂ, ਤੇ ਸਾਊਥ ਅਮਰੀਕਾ ਦੇ ਵਿੱਚ ਤੁਹਾਡੀਆਂ 11 ਸਟੇਟਸ ਜਿਹੜੀਆਂ ਹੈਗੀਆਂ ਉਹ ਹੁੰਦੀਆਂ ਸੀਗੀਆਂ। ਹੁਣ ਜਿਹੜਾ ਸਾਊਥ ਅਮਰੀਕਾ ਸੀਗਾ ਉੱਥੇ ਸਲੇਵਰੀ ਜਿਹੜੀ ਹੈਗੀ ਆ ਉਹ ਚੱਲਦੀ ਸੀਗੀ। ਜਿਹੜਾ ਸਾਊਥ ਅਮਰੀਕਾ ਸੀਗਾ ਉੱਥੇ ਐਗਰੀਕਲਚਰ ਜਿਹੜਾ ਹੈਗਾ ਉਹ ਜ਼ਿਆਦਾ ਪ੍ਰੀਵੇਲ ਕਰਦਾ ਸੀਗਾ। ਜਿਹੜੇ ਨਾਰਥ ਅਮਰੀਕਨ ਸੀਗੇ ਉਹ ਕਿਉਂਕਿ ਜ਼ਿਆਦਾ ਪੜ੍ਹੇ ਲਿਖੇ ਸੀਗੇ, ਇਸ ਕਰਕੇ ਉੱਥੇ ਇੰਡਸਟਰੀ ਜਿਹੜੀ ਹੈਗੀ ਆ ਉਹ ਆ ਗਈ ਸੀਗੀ। ਹੁਣ ਨਾਰਥ ਅਮਰੀਕਨ ਜਿਹੜੇ ਸੀਗੇ ਉਹ ਚਾਹੁੰਦੇ ਸੀਗੇ ਕਿ ਸਲੇਵਰੀ ਜਿਹੜੀ ਹੈਗੀ ਉਹਨੂੰ ਬੈਨ ਕੀਤਾ ਜਾਵੇ। ਇਸ ਦੇ ਰਿਗਾਰਡਿੰਗ ਬਹੁਤ ਸਾਰੀਆਂ ਸੁਪਰੀਮ ਕੋਰਟ ਦੇ ਵਿੱਚ ਕੇਸਿਸ ਵਗੈਰਾ ਉਹ ਚੱਲੇ, ਤੇ ਫਾਈਨਲੀ ਸੁਪਰੀਮ ਕੋਰਟ ਨੇ ਕੀ ਕਹਿਤਾ ਕਿ ਸਲੇਵਰੀ ਜਿਹੜੀ ਹੈਗੀ ਆ ਉਹ ਬੈਨ ਨਹੀਂ ਹੋ ਸਕਦੀ। ਇਸੇ ਦੇ ਦੌਰਾਨ ਇੱਕ ਨਾਵਲ ਆਇਆ, ਨਾਵਲ ਦਾ ਨਾਮ ਸੀਗਾ ਅੰਕਲ ਟੌਮਸ ਕੈਬਿਨ। ਇਸ ਨਾਵਲ ਦੇ ਵਿੱਚ ਇਹ ਸਲੇਵਰੀ ਨੂੰ ਲੈ ਕੇ ਗੱਲਾਂ ਜਿਹੜੀਆਂ ਸੀਗੀਆਂ ਉਹ ਕਹੀਆਂ ਗਈਆਂ, ਤੇ ਸਲੇਵਰੀ ਨੂੰ ਬਹੁਤ ਜ਼ਿਆਦਾ ਹਾਈਲਾਈਟ ਜਿਹੜਾ ਹੈਗਾ ਉਹ ਕੀਤਾ ਗਿਆ। ਦੈਨ ਫਾਈਨਲੀ ਨਾਰਥ ਅਮਰੀਕਨਸ ਵਾਲਿਆਂ ਨੇ ਡਿਸਾਈਡ ਕੀਤਾ ਕਿ ਆਪਾਂ ਸਲੇਵਰੀ ਜਿਹੜੀ ਹੈਗੀ ਆ ਉਹ ਬੈਨ ਕਰਨੀ ਆ। ਇਸ ਦੇ ਪਿੱਛੇ ਉਹਨਾਂ ਦਾ ਆਪਣਾ ਰੀਜ਼ਨ ਸੀਗਾ, ਉਹਨਾਂ ਨੂੰ ਸੀਗਾ ਕਿ ਆ ਜਿਹੜੇ ਐਗਰੀਕਲਚਰ ਤੋਂ ਜਿਹੜੇ ਸਲੇਵ ਜਿਹੜੇ ਹੈਗੇ ਉਹ ਬੈਨ ਹੋ ਜਾਣਗੇ, ਦੈਨ ਉਹਨਾਂ ਨੂੰ ਆਪਾਂ ਇੰਡਸਟਰੀ ਦੇ ਵਿੱਚ ਕੰਮ ਦੇ ਦੇਵਾਂਗੇ। ਠੀਕ ਹੈ, ਜਿਹੜੇ ਬਲੈਕਸ ਇੱਥੇ ਆਏ ਸੀਗੇ ਨਾ, ਜਿੱਦਾਂ ਕਿ ਅਫਰੀਕਾ ਤੋਂ ਲੋਕੀ ਜਿਹੜੇ ਹੈਗੇ ਆ ਉਹ ਆਏ ਸੀਗੇ, ਜਦੋਂ ਇੱਥੋਂ ਬ੍ਰਿਟੇਨ ਤੋਂ ਲੋਕੀ ਉੱਠ ਕੇ ਆਏ ਉਹ ਨਾਲ ਆਪਣੇ ਸਲੇਵਸ ਵੀ ਲਿਆਏ। ਠੀਕ ਹੈ, ਤੇ ਜਿਹੜੇ ਇੱਥੇ ਕਿਉਂਕਿ ਉਹ ਅਫਰੀਕਾ ਤੇ ਆਲਰੇਡੀ ਰੂਲ ਕਰ ਰਹੇ ਸੀਗੇ, ਤੇ ਅਫਰੀਕਾ ਤੋਂ ਵੀ ਸਲੇਵ ਜਿਹੜੇ ਹੈਗੇ ਉਹ ਇੱਥੇ ਆਏ ਸੀਗੇ। ਸੇਮ ਇੰਡੀਅਨ ਸਲੇਵਸ ਵੀ ਇੱਥੇ ਆਏ ਸੀਗੇ। ਠੀਕ ਹੈ, ਦੈਨ ਉਹ ਕੀ ਕੀਤਾ ਉਹਨਾਂ ਨੇ, ਉਹ ਇੱਥੇ ਹੀ ਬਸ ਗਏ। ਠੀਕ ਹੈ, ਜਿੱਦਾਂ ਹੀ ਅਮਰੀਕਨ ਵਾਰ ਆਫ ਇੰਡੀਪੈਂਡੈਂਸ ਹੋਈ, ਅਮਰੀਕਾ ਤੇ ਆਜ਼ਾਦ ਹੋ ਗਿਆ, ਲੇਕਿਨ ਸਲੇਵ ਜਿਹੜੇ ਹੈਗੇ ਉਹ ਐਜ਼ ਇਟ ਇਜ਼ ਹੀ ਉਹਨਾਂ ਦਾ ਸਟੇਟਸ ਜਿਹੜਾ ਸੀਗਾ ਉਹ ਹਲੇ ਉਦਾਂ ਹੀ ਸੀਗਾ। ਦੈਨ ਕੀ ਹੋਇਆ, ਆ 1860s ਦੇ ਆਸ-ਪਾਸ ਦੀ ਗੱਲ ਆ, ਉਦੋਂ ਇਲੈਕਸ਼ਨ ਹੋਣੇ ਸੀਗੇ ਅਮਰੀਕਾ ਦੇ ਵਿੱਚ। ਇੱਕ ਸੀਗੀ ਨਾਰਥ ਸਾਈਡ, ਦੂਸਰੀ ਸੀਗੀ ਸਾਊਥ ਸਾਈਡ। ਸਾਊਥ ਸਾਈਡ ਤੇ ਕੀ ਸੀਗਾ ਐਗਰੀਕਲਚਰ, ਨਾਰਥ ਸਾਈਡ ਤੇ ਕੀ ਸੀਗੀ ਇੰਡਸਟਰੀ। ਨਾਰਥ ਵਾਲੇ ਚਾਹੁੰਦੇ ਸੀਗੇ ਕਿ ਜਦੋਂ ਸਲੇਵਸ ਨੂੰ ਆਜ਼ਾਦੀ ਮਿਲ ਜਾਏਗੀ ਤੇ ਉਹ ਇੱਥੇ ਐਜ਼ ਅ ਲੇਬਰ ਜਿਹੜੇ ਹੈਗੇ ਅਸੀਂ ਉਹਨਾਂ ਨੂੰ ਯੂਜ਼ ਕਰ ਲਾਂਗੇ। ਨਾਰਥ ਸਾਈਡ ਜਿਹੜੀ ਸੀਗੀ ਉਹ ਬੇਸਿਕਲੀ ਉੱਥੇ ਜੋ ਪਾਰਟੀ ਫੇਮਸ ਸੀਗੀ ਉਹ ਸੀਗੀ ਰਿਪਬਲਿਕਨ ਪਾਰਟੀ, ਇੱਥੇ ਜਿਹੜੀ ਫੇਮਸ ਸੀਗੀ ਉਹ ਸੀਗੀ ਡੈਮੋਕ੍ਰੈਟਿਕ ਪਾਰਟੀ। ਰਿਪਬਲਿਕ ਪਾਰਟੀ ਦਾ ਲੀਡਰ ਸੀਗਾ ਅਬਰਾਹਮ ਲਿੰਕਨ।
ਅਬਰਾਹਮ ਲਿੰਕਨ ਜਦੋਂ ਇਹ ਇਲੈਕਸ਼ਨ ਡਿਊ ਸੀਗੇ, ਅਬਰਾਹਮ ਲਿੰਕਨ ਨੇ ਇੱਕ ਬਿਆਨ ਦਿੰਦਾ। ਅਬਰਾਹਮ ਲਿੰਕਨ ਕਹਿੰਦਾ ਹਾਊ ਕੈਨ ਆਈ ਬੀ ਅ ਪ੍ਰੈਜ਼ੀਡੈਂਟ ਆਫ ਅਮਰੀਕਾ ਵਿਚ ਇਜ਼ ਹਾਫ ਸਲੇਵ ਐਂਡ ਹਾਫ ਫ੍ਰੀ, ਕਿ ਜੇ ਮੈਂ ਉੱਦਾਂ ਦੇ ਅਮਰੀਕਾ ਦਾ ਪ੍ਰੈਜ਼ੀਡੈਂਟ ਕਿੱਦਾਂ ਬਣ ਸਕਦਾ ਜੋ ਕਿ ਅੱਧਾ ਸਲੇਵ ਆ ਤੇ ਅੱਧਾ ਫ੍ਰੀ ਆ। ਨਾਲ ਹੀ ਜਦੋਂ ਇਹ ਚੀਜ਼ਾਂ ਕਹਿ ਦਿੱਤੀਆਂ ਜਾਂਦੀਆਂ, ਡੈਮੋਕ੍ਰੈਟ ਜਿਹੜੇ ਹੁੰਦੇ ਆ ਉਹ ਇਹਦੇ ਖਿਲਾਫ ਹੋ ਜਾਂਦੇ ਆ ਅਬਰਾਹਮ ਲਿੰਕਨ ਦੇ। ਲੇਕਿਨ ਅਬਰਾਹਮ ਲਿੰਕਨ ਜਿਹੜਾ ਹੈਗਾ ਉਹ ਜਿੱਤ ਜਾਂਦਾ ਇਲੈਕਸ਼ਨਸ। ਕਿਸ ਵਜ੍ਹਾ ਨਾਲ? ਕਿਉਂਕਿ ਉਸੇ ਦੌਰਾਨ ਕੀ ਹੁੰਦਾ, ਆ ਜਿਹੜੀ ਡੈਮੋਕ੍ਰੈਟਿਕ ਪਾਰਟੀ ਹੈ ਦੋ ਪਾਰਟਸ ਦੇ ਵਿੱਚ ਡਿਵਾਈਡ ਹੋ ਜਾਂਦੀ ਹੈ, ਇਹਨਾਂ ਦੇ ਆਪਸੀ ਅੰਦਰ ਹੀ ਕੌਨਫਲਿਕਟਸ ਹੋ ਜਾਂਦੇ ਆ। ਇਸ ਕਰਕੇ ਅਬਰਾਹਮ ਲਿੰਕਨ ਨੂੰ ਆ 25 ਦੀਆਂ 25 ਵੋਟਾਂ ਜਿਹੜੀਆਂ ਹੈਗੀਆਂ ਉਹ ਮਿਲ ਜਾਂਦੀਆਂ ਤੇ ਆ 11 ਵੋਟਾਂ ਜਿਹੜੀਆਂ ਸੀਗੀਆਂ ਕਿਉਂਕਿ ਡਿਵਾਈਡ ਹੋ ਜਾਂਦੀਆਂ, ਇਸ ਕਰਕੇ ਅਬਰਾਹਮ ਲਿੰਕਨ ਜਿਹੜਾ ਹੈਗਾ ਉਹ ਜਿੱਤ ਜਾਂਦਾ ਵਾ। ਠੀਕ ਹੈ, ਹੁਣ ਅਬਰਾਹਮ ਲਿੰਕਨ ਜਿੱਤ ਗਿਆ। ਹੁਣ ਜਿੱਤਣ ਤੋਂ ਬਾਅਦ ਇਹਨੇ ਕੀ ਕੀਤਾ, ਇਹ ਕਹਿੰਦਾ ਕਿ ਮੈਂ ਸਲੇਵਰੀ ਜਿਹੜੀ ਹੈਗੀ ਉਹ ਬੈਨ ਕਰੂੰਗਾ। ਸਾਊਥ ਵਾਲਿਆਂ ਨੇ ਕੀ ਕਿਹਾ ਕਿ ਜੇ ਤੂੰ ਸਲੇਵਰੀ ਬੈਨ ਕਰਨੀ ਆ ਤੇ ਅਸੀਂ ਜਿਹੜੇ ਹੈਗੇ ਆ, ਜਦੋਂ ਇਹ ਫੈਡਰੇਸ਼ਨ ਬਣਾਈ ਗਈ ਸੀਗੀ ਉਦੋਂ ਜਦੋਂ ਇਹ ਫੈਡਰੇਸ਼ਨ ਬਣਾਈ ਜਾਂਦੀ ਆ, ਤੁਸੀਂ ਇਹ ਕਿਹਾ ਸੀਗਾ ਕਿ ਜਿੰਨੀਆਂ ਵੀ ਸਟੇਟਸ ਹੋਣਗੀਆਂ ਉਹਨਾਂ ਨੂੰ ਇਕੁਅਲ ਰਿਸਪੈਕਟ ਜਿਹੜੀ ਹੈਗੀ ਉਹ ਦਿੱਤੀ ਜਾਏਗੀ, ਕਿਉਂਕਿ ਉਹ ਬਣੀਆਂ ਸੀਗੀਆਂ ਫੈਡਰਲ ਬੇਸਿਸ ਦੇ ਉੱਪਰ, ਕਿ ਸੈਂਟਰ ਜਿਹੜੀ ਹੈਗੀ ਉਹ ਸਾਡੇ ਕੰਮਾਂ ਦੇ ਵਿੱਚ ਜਿਹੜੀ ਹੈਗੀ ਆਪਣੀ ਇੰਟਰਫੇਰੈਂਸ ਜਿਹੜੀ ਹੈਗੀ ਉਹ ਨਹੀਂ ਸ਼ੋ ਕਰੇਗੀ। ਪਰ ਕਿਉਂਕਿ ਜੇ ਤੁਸੀਂ ਹੁਣ ਇੰਟਰਫੇਰੈਂਸ ਸ਼ੋ ਕਰ ਰਹੇ ਹੋ ਤੇ ਅਸੀਂ ਕੀ ਕਰਾਂਗੇ, ਸਾਊਥ ਅਮਰੀਕਾ ਜਿਹੜਾ ਹੈਗਾ, ਸਾਊਥ ਅਮਰੀਕਾ ਦੀਆਂ ਜਿਹੜੀਆਂ 11 ਸਟੇਟਸ ਹੈਗੀਆਂ ਅਸੀਂ ਅਲੱਗ ਹੋ ਜਾਵਾਂਗੇ ਅਮਰੀਕਾ ਤੋਂ। ਇਸ ਕਰਕੇ ਅਬਰਾਹਮ ਲਿੰਕਨ ਨੇ ਹੁਣ ਇਲੈਕਸ਼ਨ ਤੋਂ ਬਾਅਦ ਆਪਣਾ ਬਿਆਨ ਜਿਹੜਾ ਸੀਗਾ ਉਹ ਚੇਂਜ ਕਰਤਾ। ਉਹ ਕਹਿੰਦਾ ਇਫ ਆਈ ਕੈਨ ਸੇਵ ਦਾ ਯੂਨੀਅਨ ਬਾਈ ਨਾਟ ਪੇਇੰਗ ਵਨ ਸਲੇਵ ਆਈ ਐਮ ਰੈਡੀ ਟੂ ਡੂ ਇਟ, ਕਿ ਜੇ ਮੈਨੂੰ ਇੱਕ ਸਲੇਵ ਵੀ ਫ੍ਰੀ ਨਹੀਂ ਕਰਨਾ ਪੈਂਦਾ ਤੇ ਉਸ ਵਜ੍ਹਾ ਨਾਲ ਮੈਂ ਜਿਹੜਾ ਹੈਗਾ ਆਪਣੇ ਅਮਰੀਕਾ ਨੂੰ ਬਚਾ ਲਵਾਂਗਾ, ਬਟ ਮੈਂ ਜਿਹੜਾ ਹੈਗਾ ਸਲੇਵਰੀ ਨੂੰ ਹੁਣ ਮੈਂ ਬੈਨ ਨਹੀਂ ਕਰਾਂਗਾ। ਲੇਕਿਨ ਇਸੇ ਦੇ ਨਾਲ ਹੀ ਹੁਣ ਜਦੋਂ ਇਹਨੇ ਇਹ ਬਿਆਨ ਦਿੱਤਾ, ਹੁਣ ਆ ਜਿਹੜੇ ਸਾਊਥ ਵਾਲੇ ਸੀਗੇ ਹੁਣ ਉਹ ਇਹਨਾਂ ਵਾਸਤੇ ਉਹ ਮੁੱਦਾ ਰਿਹਾ ਹੀ ਨਹੀਂ ਕਿ ਸਲੇਵਰੀ ਬੈਨ ਹੋਏਗੀ ਕਿ ਨਹੀਂ ਹੋਏਗੀ। ਇਹਨਾਂ ਵਾਸਤੇ ਮੁੱਦਾ ਇਹ ਹੋ ਗਿਆ ਕਿ ਅਸੀਂ ਅਮਰੀਕਾ ਦੇ ਨਾਲ ਰਹਿਣਾ ਵਾ ਕਿ ਨਹੀਂ ਰਹਿਣਾ। ਠੀਕ ਹੈ, ਨਾਲ ਹੀ ਕੀ ਹੁੰਦਾ, ਸਾਊਥ ਦੇ ਕੁਝ ਡੈਮੋਕ੍ਰੈਟਸ ਜਿਹੜੇ ਹੁੰਦੇ ਆ ਉਹ ਅਬਰਾਹਮ ਲਿੰਕਨ ਦੀ ਹੱਤਿਆ ਕਰਵਾ ਦਿੰਦੇ ਆ। ਅਬਰਾਹਮ ਲਿੰਕਨ ਜਿਹੜਾ ਹੈਗਾ ਉਹ ਮਰ ਜਾਂਦਾ, ਦੈਨ ਨਵਾਂ ਪ੍ਰੈਜ਼ੀਡੈਂਟ ਹੁੰਦਾ ਤੇ ਇੱਥੇ ਅਮੈਂਡਮੈਂਟ 13th ਅਮੈਂਡਮੈਂਟ ਹੁੰਦੀ ਹੈ ਜਿਹਦੇ ਨਾਲ ਫਾਈਨਲੀ ਸਲੇਵਰੀ ਜਿਹੜੀ ਹੈਗੀ ਉਹ ਬੈਨ ਹੋ ਜਾਂਦੀ ਆ। ਨਾਲ ਹੀ ਅਮੈਂਡਮੈਂਟ 15th ਐਂਡ 16th ਹੁੰਦੀ ਆ ਜਿਹਦੇ ਨਾਲ ਜਿਹੜਾ ਹੈਗਾ ਜਿਹੜਾ USA ਜਿਹੜਾ ਹੈਗਾ ਉਹ ਤੁਹਾਡਾ ਬਣ ਜਾਂਦਾ indestructible state of indestructible union of indestructible states। ठीक है, then आज करंट ਜਿਹੜਾ ਸਟੇਟਸ ਜਿਹੜਾ ਹੈਗਾ ਕਰੰਟਲੀ ਇੱਥੇ ਸਲੇਵਰੀ ਜਿਹੜੀ ਹੈਗੀ ਉਹ ਬੈਨ ਆ ਤੇ ਨਾਲ ਹੀ ਜਿਹੜਾ USA ਜਿਹੜਾ ਹੈਗਾ ਉਹ indestructible state ਆ of indestructible union ਆ of indestructible states। ठीक है, यानी कि स्टेट्स ਜਿਹੜੀਆਂ ਹੈਗੀਆਂ ਉਹ ਵੀ indestructible ਨੇ ਤੇ ਯੂਨੀਅਨ ਜਿਹੜੀ ਹੈਗੀ ਉਹ ਵੀ indestructible ਆ। ਰਾਦਰ ਜਿਹੜਾ ਆਪਣਾ ਇੰਡੀਆ ਹੈਗਾ ਉਹ indestructible union of destructible states ਆ। ਠੀਕ ਹੈ, ਯੂਨੀਅਨ ਚਾਹੇ ਤੇ ਸਟੇਟਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦਾ, ਯੂਨੀਅਨ ਚਾਹੇ ਤੇ ਦੋ ਸਟੇਟਸ ਨੂੰ ਇਕੱਠਾ ਕਰਕੇ ਇੱਕ ਸਟੇਟ ਜਿਹੜੀ ਹੈਗੀ ਉਹ ਬਣਾ ਸਕਦਾ। ਠੀਕ ਹੈ, ਤੇ ਇਸੇ ਕਰਕੇ ਜਿਹੜਾ ਇੰਡੀਅਨ ਜਦੋਂ ਆਪਾਂ ਪੋਲਿਟੀ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਡਿਸਕਸ ਕਰਾਂਗੇ ਕਿ ਜਿਹੜਾ ਇੰਡੀਅਨ ਜਿਹੜਾ ਹੈਗਾ ਇੰਡੀਅਨ ਯੂਨੀਅਨ ਜਿਹੜਾ ਹੈਗਾ ਉਹ ਡਿਸਟਰਕਟੇਬਲ ਸਟੇਟਸ ਦੇ ਨਾਲ ਮਿਲ ਕੇ ਬਣਿਆ ਤੇ ਜਿਹੜਾ USA ਜਿਹੜਾ ਹੈਗਾ ਉਹ ਇਨਡਿਸਟਰਕਟੇਬਲ ਯੂਨੀਅਨ ਆਫ ਇਨਡਿਸਟਰਕਟੇਬਲ ਸਟੇਟਸ ਆ। ਇਹ ਸਾਰਾ ਸੀਗਾ ਤੁਹਾਡਾ ਅਮਰੀਕਨ ਵਾਰ ਆਫ ਇੰਡੀਪੈਂਡੈਂਸ। ਠੀਕ ਹੈ, ਹੁਣ ਇਹਦੇ ਵਿੱਚ ਦੋ ਤਿੰਨ ਕੀ ਕਹਿੰਦੇ ਆ ਉਤੋਂ ਰਿਲੇਟਡ ਪੋਲੀਟੀਕਲ ਥਿਊਰੀ ਤੋਂ ਰਿਲੇਟਡ ਦੋ ਤਿੰਨ ਟਰਮਸ ਜਿਹੜੀਆਂ ਹੈਗੀਆਂ ਉਹ ਸਮਝ ਲਓ। ਫਰਸਟ ਟਰਮ ਤੁਹਾਡੀ ਹੈਗੀ ਆ ਮਰਕੈਂਟਿਲਿਜ਼ਮ। ਠੀਕ ਹੈ, ਇੱਕ ਹੁੰਦੀ ਹੈ ਕੈਪੀਟਲਿਜ਼ਮ, ਇੱਕ ਹੁੰਦੀ ਹੈ ਮਰਕੈਂਟਿਲਿਜ਼ਮ। ਠੀਕ ਹੈ, ਮੈਂ ਸਮਝਾਈ ਸੀਗੀ ਆਈ ਥਿੰਕ ਤੁਹਾਨੂੰ, ਮਰਕੈਂਟਿਲਿਜ਼ਮ ਨਹੀਂ ਕੀਤੀ ਆਪਾਂ। ਠੀਕ ਹੈ, ਕੈਪੀਟਲਿਜ਼ਮ ਤੇ ਪਤਾ ਹੋਏਗਾ ਕੀ ਹੁੰਦਾ। ਹਾਂ ਬਿਲਕੁਲ, ਕੈਪੀਟਲਿਜ਼ਮ ਦੇ ਵਿੱਚ ਕੀ ਹੁੰਦਾ ਕਿ ਮੰਨ ਲਓ ਇੱਕ ਬੰਦਾ ਗਾ ਪਰਸਨਲ ਮਨੀ, ਉਹਨੇ ਕੀ ਕੀਤਾ ਆਪਣੇ ਪੈਸੇ ਵਗੈਰਾ ਲਗਾ ਕੇ ਕੋਈ ਵੈਂਚਰ ਜਿਹੜਾ ਹੈਗਾ ਉਹ ਸਟਾਰਟ ਕੀਤਾ। ਠੀਕ ਹੈ, ਹੁਣ ਸਰਕਾਰ ਜਿਹੜੀ ਹੈਗੀ ਆ ਉਹ ਤੋਂ ਕੁਝ ਟੈਕਸਸ ਜਿਹੜੇ ਹੈਗੇ ਉਹ ਕਲੈਕਟ ਕਰੇਗੀ, ਬਟ ਇਹ ਨਹੀਂ ਹੋਏਗਾ ਕਿ ਉਹ ਜਿਹੜੀ ਸਰਕਾਰ ਜਿਹੜੀ ਹੈਗੀ ਆ ਉਹ ਜਿੰਨਾ ਵੀ ਇਹਦਾ ਪ੍ਰੋਫਿਟ ਹੋਏਗਾ ਉਹਨੂੰ ਖਾ ਲਵੇਗੀ। ਰਾਦਰ ਦੈਨ ਮਰਕੈਂਟਿਲਿਜ਼ਮ ਦੇ ਵਿੱਚ ਕੀ ਹੁੰਦਾ ਕਿ ਮੰਨ ਲਓ ਇਹਦੇ ਵਿੱਚ ਮਰਕੈਂਟਿਲਿਜ਼ਮ ਦੀ ਐਗਜ਼ੈਕਟ ਡੈਫੀਨੇਸ਼ਨ ਜਿਹੜੀ ਹੁੰਦੀ ਉਹ ਮੈਂ ਤੁਹਾਨੂੰ ਦੱਸਦਾ। The one who rule will guide, ਕਿ ਜੋ ਤੁਹਾਡੇ ਉੱਪਰ ਰੂਲ ਕਰ ਰਿਹਾ, ਜਿਵੇਂ USA ਦੇ ਉੱਪਰ ਕੌਣ ਰੂਲ ਕਰ ਰਿਹਾ ਸੀਗਾ, ਬ੍ਰਿਟੇਨ ਜਿਹੜਾ ਹੈਗਾ ਉਹ ਰੂਲ ਕਰ ਰਿਹਾ ਸੀਗਾ। ਜਿਹੜਾ ਤੁਹਾਡੇ ਉੱਪਰ ਰੂਲ ਕਰ ਰਿਹਾ ਉਹੀ ਤੁਹਾਨੂੰ ਗਾਈਡ ਕਰੇਗਾ ਕਿ ਤੁਸੀਂ ਆਹੀ ਪਾਰਟਿਕੂਲਰ ਬਿਜ਼ਨਸ ਜਿਹੜਾ ਹੈਗਾ ਉਹ ਕੰਡਕਟ ਕਰਨਾ। ਦੈਨ ਉਸ ਬਿਜ਼ਨਸ ਤੋਂ ਜੇ ਤੁਹਾਨੂੰ ਫਾਇਦਾ ਹੁੰਦਾਗਾ ਉਹ ਸਾਰਾ ਦਾ ਸਾਰਾ ਫਾਇਦਾ ਜਿਹੜਾ ਹੈਗਾ ਬ੍ਰਿਟੇਨ ਵਾਲੇ ਜਿਹੜੇ ਹੈਗੇ ਉਹ ਲੈ ਜਾਣਗੇ। ਠੀਕ ਹੈ, ਜਦੋਂ ਆਪਾਂ ਜ਼ਿਮੀਂਦਾਰੀ ਸਿਸਟਮ ਵਗੈਰਾ ਆਪਾਂ ਉਹਦੇ ਵਿੱਚ ਕਰ ਰਹੇ ਸੀ, ਆਪਾਂ ਉਹਦੇ ਵਿੱਚ ਦੇਖ ਰਹੇ ਸੀ ਨਾ ਕਿ 89% ਆਫ ਦਾ ਟੈਕਸਿਸ
प्रॉफिट ਜਿਹੜਾ ਹੈਗਾ ਉਹ ਬ੍ਰਿਟੇਨ ਵਾਲੇ ਲੈ ਜਾਂਦੇ ਸੀਗੇ, ਜਿਹੜੇ ਇਹਨਾਂ ਕੋਲੇ ਬਚਦਾ ਸੀਗਾ ਉਹ 11% ਬਚਦਾ ਸੀਗਾ। ਉਸ 11% ਵਿੱਚੋਂ ਵੀ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਕਿ ਹੁਣ ਜਿਹੜਾ ਤੁਹਾਨੂੰ ਖੇਤ ਅਸੀਂ ਦਿੱਤਾ ਹੋਇਆ ਉਹਦੇ ਵਿੱਚ ਜਿਹੜੀ ਹੈਗੀ ਆ ਤੁਸੀਂ ਕੈਨਾਲ ਸਿਸਟਮ ਜਿਹੜਾ ਹੈਗਾ ਉਹ ਇੰਟਰੋਡਿਊਸ ਕਰੋ, ਵੈਲਸ ਜਿਹੜੇ ਹੈਗੇ ਉਹ ਖੁਦਵਾਓ, ਤੇ ਉਹਦੇ 11% ਵਿੱਚੋਂ ਵੀ ਉਹਨੂੰ ਕੁਝ ਵੀ ਜਿਹੜਾ ਸੀਗਾ ਉਹ ਨਹੀਂ ਬਚਦਾ ਸੀਗਾ। ਠੀਕ ਹੈ, ਉਹੀ ਉਹ ਚੀਜ਼ ਹੈਗੀ ਹੈ ਤੁਹਾਡੀ ਮਰਕੈਂਟਿਲਿਜ਼ਮ। ਠੀਕ ਹੈ, ਜਦ ਕਿ ਕੈਪੀਟਲਿਜ਼ਮ ਕੀ ਹੈ ਕਿ ਜਿੰਨਾ ਪ੍ਰੋਫਿਟ ਤੁਸੀਂ ਕਮਾਓਗੇ ਉਨਾ ਹੀ ਜ਼ਿਆਦਾ ਪ੍ਰੋਫਿਟ ਤੁਹਾਡੀ ਜੇਬ ਦੇ ਵਿੱਚ ਆਏਗਾ। ਠੀਕ ਹੈ, ਸਰਕਾਰ ਉਹਦੇ ਵਿੱਚੋਂ ਕੁਝ ਟੈਕਸ ਲਏਗੀ, ਕੁਝ ਟੈਕਸ ਇਨ ਦਾ ਫਾਰਮ ਆਫ ਕਿ ਮੰਨ ਲਓ ਤੁਹਾਡੇ ਤੋਂ ਬਿੱਲ ਜਿਹੜੇ ਹੈਗੇ ਇਲੈਕਟ੍ਰਿਸਿਟੀ ਬਿੱਲ ਲੈ ਲਿਆ, ਉਹਦਾ ਦੇ ਟੈਕਸ ਜਿਹੜੇ ਹੈਗੇ ਉਹ ਤੁਹਾਡੇ ਤੋਂ ਲਏਗੀ। ਠੀਕ ਹੈ, ਤੇ ਦੂਸਰਾ ਉਸ ਤੋਂ ਇਲਾਵਾ ਕੋਈ ਫਰਦਰ ਟੈਕਸਿਸ ਵੀ ਲਗਾਉਣੇ ਹੋ, ਜਿਵੇਂ ਇੱਕ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਨਾਮ ਦੀ ਇੱਕ ਚੀਜ਼ ਹੁੰਦੀ ਹੈ, ਆਪਾਂ ਗਵਰਨੈਂਸ ਦੇ ਵਿੱਚ ਕਵਰ ਕਰਨਾ ਹੈ। ਠੀਕ ਹੈ, ਉਸ ਦੇ ਵਿੱਚ ਕੋਈ ਵੱਡੀ ਕੰਪਨੀ ਜਿਹੜੀ ਹੈਗੀ ਆਈ ਥਿੰਕ ਜਿਹਨੇ 100 ਕਰੋੜ ਜਾਂ 200 ਕਰੋੜ ਦਾ ਬਿਜ਼ਨਸ ਕਰੀ ਗਈ, ਆਈ ਥਿੰਕ 1000 ਕਰੋੜ। ਠੀਕ ਹੈ, ਇੱਕ ਥ੍ਰੈਸ਼ਹੋਲਡ ਹੁੰਦਾਗਾ, ਉਸ ਨੂੰ ਇਹ ਮੈਂਡੇਟਰੀ ਹੁੰਦਾ ਕਿ ਜੇ ਕੋਈ ਪਾਰਟਿਕੂਲਰ ਕੰਪਨੀ 1000 ਕਰੋੜ ਦਾ ਬਿਜ਼ਨਸ ਕਰ ਰਹੀ ਆ, ਉਸ 1000 ਕਰੋੜ ਦੇ ਬਿਜ਼ਨਸ ਦੇ ਵਿੱਚੋਂ ਉਸ ਦਾ 2% ਜਿਹੜਾ ਹੈਗਾ ਉਹ ਕੀ ਕਰੇਗੀ, ਉਹ ਸੋਸ਼ਲ ਜਿਹੜੇ ਵਰਕਸ ਜਿਹੜੇ ਹੁੰਦੇ ਉਹਦੇ ਵਿੱਚ ਲਗਾਏਗੀ। ਫॉर एग्जांपल ਹਸਪੀਟਲਸ ਬਣਾ ਸਕਦੀ ਆ। ਠੀਕ ਹੈ, ਜਾਂ ਫਿਰ ਹੁਣ ਤੇ ਸਰਕਾਰ ਨੇ ਉਹ ਵੀ ਕਰਤਾ ਹੋਇਆ ਕਿ ਜੋ ਤੁਹਾਡੇ ਮੋਨੂਮੈਂਟਸ ਹੈਗੇ ਆ ਨਾ, ਤੁਸੀਂ ਉਹਦੇ ਵਿੱਚ ਵੀ ਇਨਵੈਸਟ ਕਰ ਸਕਦੇ ਹੋ ਕਿ ਮੋਨੂਮੈਂਟਸ ਜਿਹੜੇ ਹੈਗੇ ਉਹ ਖਰਾਬ ਹੋ ਰਹੇ ਆ, ਉਹਨਾਂ ਨੂੰ ਤੁਸੀਂ ਪ੍ਰੀਜ਼ਰਵ ਕਰ ਸਕਦੇ ਹੋ। ਠੀਕ ਹੈ, ਤੇ ਆਹ ਤੁਹਾਨੂੰ ਸਮਝ ਲੱਗ ਗਿਆ ਮਰਕੈਂਟਿਲਿਜ਼ਮ ਕੀ ਹੁੰਦਾ। ਹੁਣ ਦੋ ਚੀਜ਼ਾਂ ਹੋਰ ਸਮਝਦੀਆਂ ਆਪਾਂ। ਇੱਕ ਮੈਂ ਤੁਹਾਨੂੰ ਥੋੜਾ ਜਿਹਾ ਰੋਮਾਂਟਿਸਿਜ਼ਮ ਸਮਝਾਇਆ ਸੀਗਾ, ਪਰ ਉਹ ਆਪਾਂ ਰਿਕਾਰਡ ਨਹੀਂ ਕੀਤਾ ਸੀ, ਹੈ ਨਾ। ਰੋਮਾਂਟਿਸਿਜ਼ਮ ਦੇ ਆਪੋਜ਼ਿਟ ਕੀ ਸੀਗਾ? ਗੁੱਡ। ਇੱਕ ਹੁੰਦਾ ਤੁਹਾਡਾ ਰੋਮਾਂਟਿਸਿਜ਼ਮ, ਸੈਕਿੰਡ ਹੁੰਦਾ ਤੁਹਾਡਾ ਸਪੈਕਟਿਸਿਜ਼ਮ। ਠੀਕ ਹੈ, ਰੋਮਾਂਟਿਸਿਜ਼ਮ ਦਾ ਮਤਲਬ ਕੀ ਹੁੰਦਾ, ਐਜ਼ ਦ ਨੇਮ ਸੁਜੈਸਟ, ਦੁਨੀਆ ਦੇ ਜਿੰਨੇ ਵੀ ਤੁਸੀਂ ਰੋਮਾਂਟਿਕ ਗਾਣੇ ਆ ਨਾ ਉਹ ਡਿਨੋਟ ਕਰਦੇ ਆ ਰੋਮਾਂਟਿਸਿਜ਼ਮ ਨੂੰ। ਜਾਂ ਫਿਰ ਵਾਰਿਸ ਸ਼ਾਹ, ਜਾਂ ਫਿਰ ਰੋਮੀਓ ਐਂਡ ਜੂਲੀਅਟ। ਰੋਮੀਓ ਐਂਡ ਜੂਲੀਅਟ ਦੀ ਕਹਾਣੀ ਕੀ ਆ ਕਿ ਰੋਮੀਓ ਜਿਹੜਾ ਹੈਗਾ ਉਸਦਾ ਹੀਰੋ ਜਿਹੜਾ ਹੈਗਾ ਇਹਨੂੰ ਅਲੱਗ-ਅਲੱਗ ਜਗ੍ਹਾਵਾਂ ਤੇ ਅਲੱਗ-ਅਲੱਗ ਤਰੀਕੇ ਨਾਲ ਰਿਪਰੈਜ਼ੈਂਟ ਜਿਹੜਾ ਹੈਗਾ ਉਹ ਕੀਤਾ ਗਿਆ। ਮੈਂ ਤੁਹਾਨੂੰ ਕੋਈ ਇੱਕ ਰੈਂਡਮ ਜਿੱਥੇ ਇਹ ਥੀਮ ਯੂਜ਼ ਹੋਇਆ ਹੋਵੇ ਰੋਮੀਓ ਜੂਲੀਅਟ ਦਾ, ਮੈਂ ਉਹ ਥੀਮ ਦੇ ਅਕੋਰਡਿੰਗ ਤੁਹਾਨੂੰ ਇੱਕ ਰੈਂਡਮ ਸਟੋਰੀ ਜਿਹੜੀ ਹੈਗੀ ਉਹ ਸੁਣਾ ਦੇਣਾ। ਰੋਮੀਓ ਕੀ ਹੁੰਦਾ, ਰੋਮੀਓ ਜ਼ਹਿਰ ਖਾ ਲੈਂਦਾ ਲੇਕਿਨ ਉਹ ਮਰਦਾ ਨਹੀਂ ਆ। ਠੀਕ ਹੈ, ਉਹ ਜ਼ਹਿਰ ਖਾ ਕੇ ਜੂਲੀਅਟ ਨੂੰ ਲੱਗਦਾ ਕਿ ਰੋਮੀਓ ਜਿਹੜਾ ਹੈਗਾ ਉਹ ਮਰ ਗਿਆਗਾ। ਠੀਕ ਹੈ, ਲੇਕਿਨ ਉਹ ਮਰਿਆ ਨਹੀਂ ਸੀਗਾ, ਰੋਮੀਓ ਫਿਲਹਾਲ ਜ਼ਿੰਦਾ ਹੀ ਹੁੰਦਾ। ਜਦੋਂ ਦੇਖਦੀ ਹੈ ਜੂਲੀਅਟ, ਦੇਖਦੀ ਹੈ ਕਿ ਰੋਮੀਓ ਜਿਹੜਾ ਹੈਗਾ ਮੇਰਾ ਰੋਮੀਓ ਮਰ ਗਿਆਗਾ, ਜੂਲੀਅਟ ਕੀ ਕਰਦੀ ਹੈ, ਜੂਲੀਅਟ ਵੀ ਜ਼ਹਿਰ ਖਾ ਲੈਂਦੀ ਆ। ਲੇਕਿਨ ਜੂਲੀਅਟ ਜੋ ਜ਼ਹਿਰ ਖਾਂਦੀ ਹੈ ਉਹ ਜ਼ਹਿਰ ਅਲੱਗ ਹੁੰਦਾ, ਰੋਮੀਓ ਜਿਹੜਾ ਹੁੰਦਾ ਉਹਨੇ ਅਲੱਗ ਤਰੀਕੇ ਦਾ ਜ਼ਹਿਰ ਖਾਇਆ ਹੁੰਦਾ। ਉਸ ਦੀ ਵਜ੍ਹਾ ਨਾਲ ਰੋਮੀਓ ਮਰਿਆ ਨਹੀਂ ਸੀਗਾ, ਜੂਲੀਅਟ ਨੂੰ ਲੱਗਦਾ ਕਿ ਰੋਮੀਓ ਮਰ ਗਿਆਗਾ। ਜਦੋਂ ਜੂਲੀਅਟ ਨੂੰ ਲੱਗਦਾ ਕਿ ਰੋਮੀਓ ਮਰ ਗਿਆ, ਜੂਲੀਅਟ ਵੀ ਆਤਮ ਹੱਤਿਆ ਕਰ ਲੈਂਦੀ ਹੈ, ਜੂਲੀਅਟ ਵੀ ਜ਼ਹਿਰ ਖਾ ਲੈਂਦੀ ਹੈ। ਥੋੜੀ ਦੇਰ ਤੋਂ ਬਾਅਦ ਰੋਮੀਓ ਜਾਗਦਾ, ਉਹਨੂੰ ਲੱਗਦਾ ਕਿ ਮੇਰੀ ਜੂਲੀਅਟ ਮਰ ਗਈ ਆ, ਮਤਲਬ ਜੋ ਕਿ ਅਸਲ ਦੇ ਵਿੱਚ ਮਰ ਗਈ ਹੁੰਦੀ ਆ। ਰੋਮੀਓ ਵੀ ਜ਼ਹਿਰ ਖਾ ਕੇ ਰੋਮੀਓ ਵੀ ਮਰ ਜਾਂਦਾ ਹੈ। ਠੀਕ ਹੈ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜੋ ਬਿਯੋਂਡ ਦਾ ਲੌਜਿਕ ਹੋਣ, ਉਹਨਾਂ ਚੀਜ਼ਾਂ ਨੂੰ ਰੋਮਾਂਟਿਸਿਜ਼ਮ ਜਿਹੜਾ ਹੈਗਾ ਉਹ ਕਿਹਾ ਜਾਂਦਾ। ਸਰਤਾਜ ਦਾ ਕੋਈ ਵੀ ਗਾਣਾ ਲੈ ਲਓ ਜੋ ਰੋਮਾਂਟਿਕ ਹੋਵੇ, ਅਦਰਵਾਈਜ਼ ਕਿਸੇ ਵੀ ਬੰਦੇ ਦਾ ਕੋਈ ਵੀ ਗਾਣਾ ਲੈ ਲਓ ਜੋ ਕਿ ਰੋਮਾਂਟਿਕ ਹੋਵੇ, ਜਿਹਦੇ ਵਿੱਚ ਕੀ ਗੱਲਾਂ ਕੀਤੀਆਂ ਜਾ ਰਹੀਆਂ ਕਿ ਮੈਂ ਤੇਰੇ ਵਾਸਤੇ ਚੰਨ ਤਾਲੇ ਜਿਹੜੇ ਹੈਗੇ ਉਹ ਤੋੜ ਕੇ ਲਿਆਉਂਗਾ। ਹੁਣ ਉਹ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ, ਲੇਕਿਨ ਕਿਉਂਕਿ ਬੰਦਾ ਰੋਮਾਂਸ ਦੇ ਵਿੱਚ ਹੈਗਾ, ਉਦੋਂ ਉਹ ਅਨਲੌਜੀਕਲ ਚੀਜ਼ਾਂ ਨੂੰ ਲੌਜੀਕਲੀ ਜਿਹੜਾ ਹੈਗਾ ਜਾਂ ਅਨਲੌਜੀਕਲ ਚੀਜ਼ਾਂ ਨੂੰ ਜਦੋਂ ਪ੍ਰੈਜ਼ੈਂਟ ਕੀਤਾ ਜਾਵੇ, ਉਸੇ ਚੀਜ਼ ਨੂੰ ਰੋਮਾਂਟਿਸਿਜ਼ਮ ਕਿਹਾ ਜਾਂਦਾ। ਫॉर एग्जांपल ਸਰਤਾਜ ਦਾ ਗਾਣਾ ਚਾਨਣੀ ਤੇ ਪੁੰਨਿਆ ਨੇ ਜਲਸਾ ਲਗਾਇਆ, ਸਦਾ ਚੀਨ ਨੂੰ ਵੀ ਆਇਆ, ਚੰਨ ਮੁੱਖ ਮਹਿਮਾਨ ਸੀ, ਹੈ ਨਾ, ਕਿ ਚੰਦਰਮਾ ਜਿਹੜਾ ਹੈਗਾ ਉਹ ਮੇਨ ਗੈਸਟ ਸੀਗਾ ਤੇ ਕਿਨੇ ਜਲਸਾ ਲਗਾਇਆ। ਚਲੋ ਐਨੀ ਹਾਓ, ਠੀਕ ਹੈ। ਦੈਨ ਨੈਕਸਟ ਲਾਈਨ ਕੀ ਆ ਕਿ ਹਾਂ ਮਤਲਬ ਜਿੱਦਾਂ ਵੀ ਬਸ ਜੋ ਵੀ ਉਹਦੀ ਨੈਕਸਟ ਲਾਈਨ ਆ, ਇਹਦੀ ਜੋ ਵੀ ਲਾਈਨ ਦੇਖੋਗੇ ਉਸ ਦੇ ਵਿੱਚ ਕੋਈ ਵੀ ਲੌਜਿਕ ਜਿਹੜਾ ਹੈਗਾ ਉਹ ਤੁਹਾਨੂੰ ਨਹੀਂ ਨਜ਼ਰ ਆ ਰਿਹਾ। ਰਿਛਾਂ ਨੇ ਪਾਈਆਂ ਸਫੇਦ ਡਰੈਸ, ਇਦਾਂ ਜੇ ਕੁਝ ਉਹਦੇ ਵਿੱਚ ਗੱਲ ਕਰਦਾ। ਕੋਈ ਵੀ ਸੌਂਗ ਚੱਕ ਲਓ, ਕੋਈ ਵੀ ਰੈਂਡਮ ਸੌਂਗ ਚੱਕ ਲਓ, ਰੋਮਾਂਟਿਕ ਸੌਂਗ ਹੋਣਾ ਚਾਹੀਦਾ, ਉਹਦੇ ਵਿੱਚ ਕਦੀ ਵੀ ਤੁਹਾਨੂੰ ਲੌਜਿਕ ਜਿਹੜਾ ਹੈਗਾ ਉਹ ਨਹੀਂ ਨਜ਼ਰ ਆਏਗਾ। ਠੀਕ ਹੈ, ਇਹ ਚੀਜ਼ ਕਹਿਲਾਉਂਦੀ ਆ ਰੋਮਾਂਟਿਸਿਜ਼ਮ। ਠੀਕ ਹੈ, ਦੈਨ ਉਸੇ ਦੇ ਆਪੋਜ਼ਿਟ ਹੁੰਦਾ ਤੁਹਾਡਾ ਸਪੈਕਟਿਸਿਜ਼ਮ। ਸਪੈਕਟਿਸਿਜ਼ਮ ਦਾ ਮਤਲਬ ਕੀ ਹੈ ਕਿ ਤੁਸੀਂ ਪ੍ਰੋਪਰ ਆਪਣੇ ਦਿਮਾਗ ਦੇ ਨਾਲ ਸੋਚਣਾਗਾ, ਦੈਨ ਉਸੇ ਦੇ ਅਕੋਰਡਿੰਗ ਦਿਮਾਗ ਦੇ ਨਾਲ ਸੋਚ ਕੇ ਦੈਨ ਤੁਸੀਂ ਸੇਮ ਡਿਸੀਜਨ ਲੈਣਾ। ਇਸ ਦੇ ਵਿੱਚ ਲੌਜਿਕ ਇੱਥੇ ਜ਼ੀਰੋ ਹੋਏਗਾ, ਇੱਥੇ ਲੌਜਿਕ ਜਿਹੜਾ ਹੈਗਾ ਉਹਨੂੰ ਇਨਫਾਈਨਾਈਟ ਲੈਵਲ ਤੇ ਸੋਚਣਾਗਾ। ਠੀਕ ਹੈ, ਕਿ ਇੱਥੇ ਆਪਾਂ ਜੋ ਰੈਂਡਮ ਗੱਲਾਂ ਆਪਾਂ ਕਰ ਸਕਦੇ ਹਾਂ ਰੋਮਾਂਟਿਸਿਜ਼ਮ ਦੇ ਵਿੱਚ, ਉਹਨਾਂ ਨੂੰ ਕਿਹਾ ਜਾਂਦਾ। ਦੈਨ ਸਪੈਕਟਿਸਿਜ਼ਮ ਕੀ ਆ ਕਿ ਆਪਾਂ ਪ੍ਰੈਕਟੀਕਲ ਗੱਲਾਂ ਜਿਹੜੀਆਂ ਹੈਗੀਆਂ ਉਹ ਕਰਨੀਆਂ। ਠੀਕ ਹੈ, ਹੁਣ ਇਹਦਾ ਹਿਸਟਰੀ ਦੇ ਵਿੱਚ ਐਗਜ਼ਾਮਪਲ ਦੇਣਾ ਹੋਏ ਤੇ ਆਪਾਂ ਦੇਖਦੇ ਹਾਂ ਕਿ ਜੋ ਆਪਣੀ ਪੁਰਾਣੀ ਉਹਦੀ ਬਿਲਡਿੰਗ ਸੀਗੀ, ਆਪਣੀ ਪੁਰਾਣੀ ਪਾਰਲੀਮੈਂਟਰੀ ਬਿਲਡਿੰਗ ਸੀਗੀ, ਉਹ ਬਣਾਈ ਕਿਸਨੇ ਸੀਗੀ? ਇੱਕ ਅੰਗਰੇਜ਼ ਨੇ ਬਣਾਈ ਸੀਗੀ। ਠੀਕ ਹੈ, ਜਦੋਂ ਉਹ ਬਿਲਡਿੰਗ ਬਣਾਈ ਗਈ ਤੇ ਉਹਦਾ ਰੋਮਾਂਟਿਸਿਜ਼ਮ ਹੀ ਹੈ ਕਿ ਉਹਨੇ ਬਿਲਡਿੰਗ ਇਦਾਂ ਬਣਾਈ ਕਿ ਉਹ ਮੁਗਲ ਟਾਈਮ ਦੀ ਬਿਲਡਿੰਗ ਲੱਗੇ। ਠੀਕ ਹੈ, ਉਹਨੇ ਮੁਗਲ ਆਰਕੀਟੈਕਚਰ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਈ ਗਈ।
ਹੁਣ ਇਹ ਚੀਜ਼ ਕਿੰਨੀ ਜ਼ਿਆਦਾ ਰੋਮਾਂਟਿਕ ਹੋ ਸਕਦੀ ਹੈ ਕਿ ਇੱਕ ਬੰਦੇ ਨੇ ਇੱਕ ਨਵੀਂ ਬਿਲਡਿੰਗ ਬਣਾਈ ਲੇਕਿਨ ਇਸ ਤਰੀਕੇ ਨਾਲ ਬਣਾਈ ਕਿ ਉਹ ਬਿਲਡਿੰਗ ਪੁਰਾਣੀ ਲੱਗੇ। ਠੀਕ ਹੈ, ਨਵੀਂ ਬਿਲਡਿੰਗ ਬਣਾ ਰਿਹਾ ਲੇਕਿਨ ਇਸ ਰੋਮਾਂਟਿਸਿਜ਼ਮ ਦੇ ਨਾਲ ਬਣਾ ਰਿਹਾ ਕਿ ਉਹ ਬਿਲਡਿੰਗ ਜਿਹੜੀ ਹੈਗੀ ਉਹ ਪੁਰਾਣੀ ਲੱਗੇ। ਇਲੌਜੀਕਲ ਚੀਜ਼ਾਂ ਨੇ। ਠੀਕ ਹੈ, ਉਹ ਸਾਰੀਆਂ ਤੁਹਾਡੀਆਂ ਆਉਂਦੀਆਂ ਰੋਮਾਂਟਿਸਿਜ਼ਮ ਦੇ ਵਿੱਚ। ਠੀਕ ਹੈ, ਦੈਨ ਸਪੈਕਟਿਸਿਜ਼ਮ ਕੀ ਆ ਕਿ ਬਿਲਕੁਲ ਐਕਸਟ੍ਰੀਮਲੀ ਲੌਜੀਕਲ ਹੋ ਕੇ ਸੋਚਣਾ। ਠੀਕ ਹੈ, ਪ੍ਰੋਪਰ ਦਿਮਾਗ ਦੇ ਨਾਲ ਸੋਚਣਾ, ਦਿਲ ਦੇ ਨਾਲ ਨਹੀਂ ਸੋਚਣਾ। ਇੱਥੇ ਦਿਮਾਗ ਦੇ ਨਾਲ ਨਹੀਂ ਸੋਚਣਾ, ਦਿਲ ਦੇ ਨਾਲ ਸੋਚਣਾ। ਠੀਕ ਹੈ, ਹੁਣ ਇਹਨਾਂ ਦੋਨਾਂ ਦੇ ਵਿੱਚ ਜੋ ਲਾਈ ਕਰਦਾਗਾ ਉਹ ਲਾਈ ਕਰਦੀ ਹੈ ਐਨਲਾਈਟਨਮੈਂਟ। ਠੀਕ ਹੈ, ਕਿ ਥੋੜੇ ਜਿਹੇ ਰੋਮਾਂਟਿਕ ਵੀ ਹੋ ਜਾਓ ਤੇ ਥੋੜੇ ਜਿਹੇ ਸਪੈਕਟਿਵ ਵੀ ਹੋ ਜਾਓ। ਠੀਕ ਹੈ, ਇਹ ਦੋਨਾਂ ਦੇ ਵਿੱਚ ਆ ਸੀਗਾ ਤੁਹਾਡਾ ਰੋਮਾਂਟਿਸਿਜ਼ਮ। ਦੈਨ ਇੱਕ ਐਕਸਟ੍ਰੀਮ ਐਂਡ ਤੇ ਤੁਹਾਡਾ ਰੋਮਾਂਟਿਸਿਜ਼ਮ ਆ, ਇੱਕ ਐਕਸਟ੍ਰੀਮ ਐਂਡ ਤੇ ਤੁਹਾਡਾ ਸਪੈਕਟਿਸਿਜ਼ਮ ਆ, ਵਿੱਚ ਕਿਤੇ ਜਿਹੜਾ ਹੈਗਾ ਤੁਹਾਡੀ ਐਨਲਾਈਟਨਮੈਂਟ ਜਿਹੜੀ ਹੈਗੀ ਆ ਉਹ ਲਾਈ ਕਰਦੀ ਆ। ਠੀਕ ਹੈ, ਤੇ ਆ ਸੀਗੇ ਤੁਹਾਡਾ ਅੱਜ ਆਪਾਂ ਰੋਮਾਂਟਿਸਿਜ਼ਮ ਵੀ ਕਰ ਲਿਆ, ਮਰਕੈਂਟਿਲਿਜ਼ਮ ਵੀ ਕਰ ਲਿਆ, ਸਪੈਕਟਿਸਿਜ਼ਮ ਵੀ ਕਰ ਲਿਆ ਤੇ ਦੋਨਾਂ ਦੇ ਵਿੱਚ ਦੀ ਜਿਹੜੀ ਕੜੀ ਜਿਹੜੀ ਹੈਗੀ ਉਹ ਹੈਗੀ ਐਨਲਾਈਟਨਮੈਂਟ, ਉਹ ਵੀ ਆਪਾਂ ਕਵਰ ਕਰ ਲਿਆ। ਠੀਕ ਹੈ, ਸੋ ਅੱਜ ਦੀ ਜਿਹੜੀ ਤੁਹਾਡੀ ਕਲਾਸ ਸੀਗੀ ਉਹ ਇੱਥੇ ਤੱਕ ਹੀ ਸੀਗੀ। ਜੋ ਨੈਕਸਟ ਕਲਾਸ ਹੋਏਗੀ ਉਹਦੇ ਵਿੱਚ ਆਪਾਂ ਕਵਰ ਕਰਾਂਗੇ ਫ੍ਰੈਂਚ ਰੈਵੋਲੂਸ਼ਨ। Thank you so much.